ਸਨਮਾਨਯੋਗ ਮਾਤਾ ਗੁਜਰੀ ਜੀ, ਉਹਨਾਂ ਦੇ ਸ਼ਹਾਦਤ ਔਰ ਤਸੀਹਾਂ ਵਾਲੇ ਅਸਥਾਨ ਤੇ ਜਿਸ ਜਗ੍ਹਾ ਤੇ ਠੰਡੇ ਬੁਰਜ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ, ਨੀਹਾਂ ਵਿੱਚ ਚਿਣ ਦਿੱਤਾ, ਜ਼ਿਬਾ ਕਰ ਦਿੱਤਾ ਗਿਆ, ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਵਿਖੇ ਦੀਵਾਨ ਟੋਡਰਮਲ ਜੋ ਹਾਲ ਹੈ, ਦੀਵਾਨ ਅਸਥਾਨ ਹੈ, ਇਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਜ ਆਪ ਸਮੂਹ ਸਿੱਖ ਜਗਤ ਸਤਿਗੁਰਾਂ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਆਪ ਜੀ ਮਨਾ ਰਹੇ ਹੋ। ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਕੀਰਤਨੀਆਂ ਨੇ ਸਨਮਾਨਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਔਰ ਸਨਮਾਨਯੋਗ ਗਿਆਨੀ ਹਰਪਾਲ ਸਿੰਘ ਜੀ ਆਪ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਅੱਜ ਆਪਾਂ ਸ਼ਹਾਦਤ ਦਾ ਜ਼ਿਕਰ ਨਹੀਂ ਕਰਾਂਗੇ, ਕਿਉਂਕਿ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ। ਸਮੇਂ ਵਿੱਚ ਰਹਿ ਕੇ ਸਮਾਪਤੀ ਕਰਾਂਗਾ। ਆਪ ਜਿਤਨੇ ਇਸ ਅਸਥਾਨ ਤੇ ਇਕੱਤਰ ਹੋ, ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ, ਆਪ ਜੀ ਜੋ ਹਰ ਰੋਜ਼ ਪਿਛਲੇ 2 ਦਿਨ ਹੋ ਗਏ ਆ, ਪਹਿਲਾਂ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਔਰ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਔਰ ਕੱਲ ਦਾ ਦੀਵਾਨ ਜੋਤੀ ਸਰੂਪ, ਉਸ ਤੋਂ ਬਾਅਦ ਸ਼ਹਾਦਤ ਦਾ 15ਵਾੜਾ ਸਫਰੇ ਸ਼ਹਾਦਤ ਵੀ ਦੀਵਾਨ ਨਾਲ ਹੀ ਪ੍ਰਾਰੰਭ ਹੋਣੇ ਨੇ। ਜਿਵੇਂ ਇਸ ਵਰੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ, ਇਸ ਦਿਵਸ ਨੂੰ ਫਤਿਹਗੜ੍ਹ ਸਾਹਿਬੀ ਦੀਵਾਨ ਵਿੱਚ ਜਾਂ ਇਸ ਸਮਾਗਮ ਵਿੱਚ ਲੈ ਲਿਆ ਗਿਆ। ਜਿਵੇਂ ਗਿਆਨੀ ਜੀ ਹੁਣਾਂ ਨੇ ਆਪ ਸੰਗਤ ਨੂੰ ਵਿਸ਼ੇਸ਼ ਇਹ ਬੇਨਤੀ ਕੀਤੀ ਹੈ, ਪ੍ਰਬੰਧਕ ਵੀਰ ਬੈਠੇ ਆ, ਯਤਨ ਕਰਾਂਗੇ ਕਮੇਟੀ ਵੀ ਸਹਿਯੋਗ ਦੇਵੇ ਕਰੇ ਤੇ ਦੇ ਰਹੇ ਨੇ ਸਹਿਯੋਗ, ਤੇ ਅਸੀਂ ਵੀ ਯਤਨ ਕਰਾਂਗੇ। ਜਕਾਰਾ ਆਪ ਜੀ ਨੇ ਗਜਾਇਆ ਹੈ। ਭਾਈ ਹਰਜਿੰਦਰ ਸਿੰਘ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਦੀਵਾਨ ਜਨਮ ਦਿਵਸ ਦਾ ਇੱਥੇ ਹੀ ਮਨਾਇਆ ਜਾਏ। ਆਓ ਸਾਧ ਸੰਗਤ, ਆਪ ਜੀ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤ ਨੇ ਠੰਡੇ ਬੁਰਜ ਵਾਲੇ ਅਸਥਾਨ ਤੇ ਵੀ ਮੱਥਾ ਟੇਕਿਆ ਹੈ ਔਰ ਸਤਿਗੁਰੂ ਜੀ ਦੇ ਲਾਲਾਂ ਦਾ ਜੋ ਸ਼ਹਾਦਤ ਵਾਲਾ ਥਾਂ ਹੈ, ਉਸ ਜਗ੍ਹਾ ਤੇ ਵੀ ਆਪ ਸੰਗਤ ਨੇ ਨਮਸਕਾਰ ਕੀਤੀ ਹੈ। ਹੁਣ ਸੰਗਤ ਦੀ ਸਹੂਲਤ ਵਾਸਤੇ ਤਕਰੀਬਨ ਹਰ ਗੁਰਦੁਆਰਾ ਸਾਹਿਬ ਜੀ ਵਿਖੇ ਅੰਦਰ ਪ੍ਰਵੇਸ਼ ਕਰਦਿਆਂ ਹੋਇਆਂ, ਚਾਹੇ ਬੋਰਡ ਹੋਵੇ ਚਾਹੇ ਸਕਰੀਨ ਹੋਵੇ, ਤਕਰੀਬਨ ਹਰ ਗੁਰਦੁਆਰਾ ਸਾਹਿਬ ਵਿਖੇ ਪ੍ਰਵੇਸ਼ ਕਰਦਿਆਂ ਸਾਹਮਣੇ ਸਾਨੂੰ ਉਹ ਸ਼ਬਦ ਲਿਖਿਆ ਮਿਲਦਾ ਹੈ,
ਜੋ ਅੰਮ੍ਰਿਤ ਵੇਲੇ ਉਸ ਅਸਥਾਨ ਤੇ ਪ੍ਰਕਾਸ਼ ਕਰਕੇ ਹੁਕਮਨਾਮਾ ਆਇਆ ਹੁੰਦਾ ਹੈ। ਆਪ ਸਮੂਹ ਸੰਗਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਇਹ ਕੇਵਲ ਲਫ਼ਜ਼ ਅੱਖਰਾਂ ਦਾ ਜੋੜ ਨਹੀਂ। ਜਦੋਂ ਸਤਿਗੁਰੂ ਸ਼ਬਦ ਦੀ ਗੱਲ ਕਰਦੇ ਨੇ ਤੇ ਉਸ ਵਿੱਚ ਸ਼ਬਦ ਨੂੰ ਸਰੋਤਾ ਵੀ ਕਹਿੰਦੇ ਨੇ ਤੇ ਸ਼ਬਦ ਨੂੰ ਵੇਖਣ ਵਾਲਾ ਦ੍ਰਿਸ਼ਟਾ ਵੀ ਕਹਿੰਦੇ ਨੇ। ਫਿਰ ਬੇਨਤੀ ਹੈ, ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ, ਇਹ ਮਨ ਮਤ ਜਾਣੈ ਖਰ ਦੂਰ ਹੈ ਸਦਾ ਵੇਖਾ ਦੂਰ। ਇਹ ਮਨ ਮਤ ਜਾਣੈ ਖਰ ਦੂਰ ਹੈ ਸਦਾ ਵੇਖਾ ਦੂਰ। ਸਦ ਸੁਣਦਾ ਸਦ ਵੇਖਦਾ। ਫਿਰ ਬੇਨਤੀ, ਕੱਲੇ ਅਸੀਂ ਸਰੋਤੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਉਹ ਸੁਣਦਾ ਵੀ ਹੈ ਤੇ ਉਹ ਪੇਖਦਾ ਵੀ ਹੈ, ਉਹ ਸਰੋਤਾ ਵੀ ਹੈ ਤੇ ਉਹ ਦ੍ਰਿਸ਼ਟਾ ਵੀ ਹੈ। ਇਹ ਮਨ ਮਤ ਜਾਣੈ ਖਰ ਦੂਰ ਹੈ ਸਦਾ ਵੇਖਾ ਦੂਰ। ਸਦ ਸੁਣਦਾ ਸਦ ਵੇਖਦਾ ਤੇ ਨਾਲ ਮਹਾਰਾਜ ਕਹਿੰਦੇ ਨੇ ਸ਼ਬਦ ਰਹਾ ਭਰਪੂਰ। ਜਿਹਦਾ ਸੁਣਦਾ ਵੀ ਹੈ ਤੇ ਪੇਖਦਾ ਵੀ ਹੈ। ਇਸ ਨੂੰ ਹੋਰ ਡੂੰਘਾਈ ਨਾਲ ਦੇਖੀਏ, ਸ਼ਬਦ ਨਰਜਿੰਦ ਲਫ਼ਜ਼ਾਂ ਦਾ ਅੱਖਰਾਂ ਦਾ ਜੋੜ ਨਹੀਂ। ਸ਼ਬਦ ਆਪ ਬ੍ਰਹਮ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿੱਥੇ ਅੱਖਰੀ ਸ਼ਬਦ ਦਾ ਜ਼ਿਕਰ ਕੀਤਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਉਸ ਸ਼ਬਦ ਦੇ ਵੱਲ ਵੀ ਹਵਾਲਾ ਕੀਤਾ ਇਸ ਅੱਖਰੀ ਸ਼ਬਦ ਨਾਲ ਕਿ ਜਿਸ ਸ਼ਬਦ ਨੂੰ ਅੱਖਰਾਂ ਨਾਲ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਉਂਝ ਬਾਣੀ ਅਨੁਸਾਰ ਸ਼ਬਦ ਹੀ ਉਤਪਤੀ ਕਰਦਾ ਹੈ, ਸ਼ਬਦ ਹੀ ਪੈਦਾ ਕੀਤੇ ਹੋਏ ਨੂੰ ਅਭੇਦ ਕਰ ਦਿੰਦਾ ਹੈ ਤੇ ਸ਼ਬਦ ਹੀ ਇਹਨੂੰ ਫਿਰ ਪੁਰਨ ਸੁਰਜੀਤ ਕਰ ਦਿੰਦਾ ਹੈ, ਪੁਨਰ ਸਿਰਜਣਾ ਕਰ ਦਿੰਦਾ ਹੈ। ਇਹਦੇ ਲਈ 3 ਸ਼ਬਦ ਦਾਸ ਨੇ ਇੱਕ ਵਾਰ ਵਰਤੇ ਸਨ, ਸਿਰਜਨ, ਵਿਸਿਰਜਨ ਤੇ ਪੁਨਰ ਸਿਰਜਨ। ਸਿਰਜਦਾ ਹੈ ਫਿਰ ਲੈ ਕਰ ਦਿੰਦਾ ਹੈ, ਫਿਰ ਪੁਨਰ ਸਿਰਜਨ ਕਰ ਦਿੰਦਾ ਹੈ। ਇਹਨੂੰ ਸਤਿਗੁਰੂ ਨੇ ਇੱਕ ਤੋਕ ਵਿੱਚ ਕਹਿ ਦਿੱਤਾ, ਉਤਪਤ ਪਰਲੋ ਸ਼ਬਦੇ ਹੋਵੇ। ਉਤਪਤੀ ਔਦ ਪਰਲੋ ਲੈ ਹੋਣਾ। ਸ਼ਬਦੇ ਹੀ ਫਿਰ ਓਪਤ ਹੋਵੇ। ਫਿਰ ਕਿਆ? ਪਹਿਲਾਂ ਉਤਪਤੀ ਕਿਆ, ਫਿਰ ਪਰਲੋ ਕਿਆ, ਫਿਰ ਸ਼ਬਦ ਵਰਤਿਆ। ਇਹਦਾ ਮਤਲਬ ਸ਼ਬਦ ਰਾਹੀਂ ਹੀ ਰਚਿਆ ਜਾਂਦਾ ਹੈ, ਸ਼ਬਦ ਰਾਹੀਂ ਲੈ ਹੁੰਦਾ ਹੈ ਤੇ ਸ਼ਬਦ ਹੀ ਦੁਬਾਰਾ ਫਿਰ ਰਚਨਾ ਕਰ ਦਿੰਦਾ ਹੈ। ਤੇ ਗੁਰੂ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ, ਉਸ ਅਗੰਮੀ ਗਿਆਨ ਨੂੰ ਜੋ ਭਗਤ ਸਹਿਬਾਨਾਂ ਦੇ ਗੁਰੂ ਸਹਿਬਾਨਾਂ ਦੇ ਤੁਰ ਹਿਰਦੇ ਤੇ ਪ੍ਰਕਾਸ਼ਿਤ ਹੋਇਆ। ਮੇਰੀ ਫਿਰ ਬੇਨਤੀ ਸੁਣਿਓ, ਮੈਂ ਰੱਬੀ ਗਿਆਨ ਕਿਹਾ, ਧੁਰ ਗਿਆਨ ਕਿਹਾ, ਕਿਉਂਕਿ ਸ਼ਬਦਾਂ ਦੀ ਅੱਖਰਾਂ ਦੀ ਰੀਸ ਕਰਕੇ ਲੋਕ ਕਵਿਤਾ ਰਚ ਸਕਦੇ ਆ, ਪਰ ਉਹ ਕਵਿਤਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਬਰਾਬਰੀ ਕਦੀ ਨਹੀਂ ਕਰ ਸਕੇਗੀ। ਕਿਉਂਕਿ ਰੀਸ ਨਾਲ ਸ਼ਬਦ ਮਿਹਰਬਾਨ ਦਾ ਸੁਖਮਨੀ ਸਾਹਿਬ ਕਦੀ ਚਲੋ ਮੈਂ ਇਸ਼ਾਰਾ ਨਹੀਂ ਕਰਾਂ, ਠੀਕ ਕਰ ਆਵਾਜ਼ ਬਈ। ਮਿਹਰਬਾਨ ਦੀ ਰਚਨਾ ਪੜ੍ਹਦੇ ਆਮ ਤੌਰ, ਫਿਰ ਮੇਰੀ ਬੇਨਤੀ, ਮੈਂ ਇਸ ਕਰਕੇ ਨਹੀਂ ਵੀ ਕੱਚੀ ਬਾਣੀ ਪੜ੍ਹਨ ਦਾ ਜ਼ਿਕਰ ਕਰ ਰਿਹਾ, ਸਿਰਫ ਇਹ ਜੇ ਸਟੱਡੀ ਦੇ ਤੌਰ ਤੇ ਜਦੋਂ ਮੈਂ ਵੇਖਣਾ, ਕਈ ਵਾਰੀ ਜਿਸ ਬੰਦੇ ਨੇ ਬਾਣੀ ਨਹੀਂ ਪੜ੍ਹੀ ਉਹਨੂੰ ਭੁਲੇਖਾ ਪੈ ਜਾਂਦਾ, ਕਿਉਂਕਿ ਸ਼ਬਦਾਵਲੀ ਉਹ ਪਿੰਗਲ, ਉਹ ਛੰਦਾਬੰਦੀ, ਉਹ, ਪਰ ਉਹਨੂੰ ਪੜ੍ਹ ਕੇ ਥੋੜੇ ਜਿਹੇ ਪੇਜ ਪੜ੍ਹਨ ਤੋਂ ਬਾਅਦ ਪਤਾ ਨਹੀਂ ਮਨ ਚ ਆਇਆ, ਮਨਾ ਜਦੋਂ ਗੁਰੂ ਨੇ ਕਹਿ ਦਿੱਤਾ ਕੱਚੀ ਬਾਣੀ ਤੂੰ ਫਿਰ ਪੜ੍ਹ ਕੇ ਲੈਣਾ ਕੀ? ਕਿਉਂਕਿ ਮਨ ਚਾਹੁੰਦਾ ਨਾ ਚਲੋ ਵੇਖ ਲਈਏ, ਕੋਈ ਗੱਲ ਕਰਨੀ ਪੈ ਜਾਂਦੀ। ਹੁਣ ਇਸ ਸ਼ਬਦ ਦਾ ਬਰਾਬਰੀ ਕੋਈ ਅੱਖਰਾਂ ਨਾਲ ਕਵਿਤਾ ਰਚ ਕੇ ਕਰੇ, ਤੇ ਇਸ ਪੰਜਾਬ ਦੀ ਧਰਤੀ ਵਿੱਚ ਕਈ ਐਸੇ ਲੋਕ ਉੱਠੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਗਿਆਨ ਦੇ ਤੁੱਲ ਆਪਣੀ ਝੂਠੀ ਰਚਨਾ ਨੂੰ ਬਰਾਬਰਤਾ ਦੇਣ ਦਾ ਯਤਨ ਕੀਤਾ। ਪਰ ਸਚਾਈ ਤਾਂ ਸਚਾਈ ਹੈ। ਜਿਹੜੀ ਸੁਗੰਧੀ ਅਸਲੀ ਫੁੱਲ ਵਿੱਚ ਆਉਣੀ ਹੈ, ਆਹ ਸੁਗੰਧੀ ਹੈ ਇਹਨਾਂ ਫੁੱਲਾਂ ਵਿੱਚ ਥੋੜਾ ਜਣੀ ਜਿਹੜੇ ਇੰਨੇ ਚਮਕਦੇ ਪਏ ਹਨ, ਤਾਂ ਫੁੱਲ ਹੀ ਨਾ, ਭੁਲੇਖਾ ਤਾਂ ਫੁੱਲਾਂ ਦਾ ਪਾਉਂਦੇ ਨੇ। ਇਹ ਸਾਡੀਆਂ ਅੱਖਾਂ ਨੂੰ ਪ੍ਰਵਾਰਿਤ ਕਰਨਗੇ, ਰੰਗ ਦੇਣਗੇ, ਪਰ ਸਾਨੂੰ ਫੀਲਿੰਗ ਨਹੀਂ ਦੇਣਗੇ। ਅੱਖਾਂ ਨੂੰ ਪ੍ਰਭਾਵਿਤ ਕਰਨਗੇ ਕਿਉਂਕਿ ਰੰਗ ਬੜਾ ਸੋਹਣਾ ਹੈ, ਪਰ ਜਿਹੜੀ ਅੰਦਰ ਦਾ ਸਾਨੂੰ ਤਜਰਬਾ ਜਾਂ ਸਾਡੇ ਅੰਦਰ ਮਹਿਸੂਸ ਹੋਣਾ ਨਾਸਕਾਂ ਰਾਹੀਂ,
ਇਹ ਅੱਖਾਂ ਦੇ ਕੇਂਦਰੇ ਨੂੰ ਪ੍ਰਭਾਵਿਤ ਕਰਦੇ ਨੇ। ਤੇ ਜਦੋਂ ਇਹਨਾਂ ਨੇ ਨਾਸਕਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਫਿਰ ਆਪਾਂ ਕਹਾਂਗੇ ਨਹੀਂ ਜਿਹੋ ਜਿਹਾ ਕੱਪੜਾ ਲਾ ਲਿਆ, ਇਹੋ ਜਿਹੇ ਖਿੜੇ ਹੋਏ ਫੁੱਲ ਲਾ ਲਏ। ਇੱਕ ਉਦਾਹਰਨ ਹੈ ਕਿ ਜੋ ਅਸਲੀਅਤ ਹੈ, ਕਾਗਜ਼ ਦੇ ਫੁੱਲਾਂ ਚੋਂ ਸੁਗੰਧੀ ਨਹੀਂ ਆਉਣੀ। ਜਿਹੜੀ ਇਹ ਤੁਰਕੀ ਬਾਣੀ ਹੈ, ਮੈਂ ਫਿਰ ਅਰਜ਼ ਕਰਾਂ, ਇਹ ਰੱਬੀ ਗਿਆਨ ਹੈ। ਤੇ ਇਸ ਗਿਆਨ ਦੇ ਵਿੱਚ ਗਿਆਨ ਦਾ ਉਚਾਰਨ ਕਰਤਾ ਆਪ ਸਮੋਇਆ ਹੋਇਆ ਹੈ। ਸ਼ਬਦ ਵਿੱਚ ਗੁਰੂ ਹੈ। ਇਸੇ ਕਰਕੇ ਆਪ ਜੀ ਜਦੋਂ ਪੜ੍ਹਦੇ ਹੋ ਪਾਠ, ਕਿਤੇ ਸ਼ਬਦ ਨੂੰ ਗੁਰੂ ਜੀ ਨਿਰੰਕਾਰ ਕਹਿੰਦੇ ਆ ਤੇ ਕਦੇ ਸ਼ਬਦ ਨੂੰ ਗੁਰੂ ਕਹਿੰਦੇ ਆ। ਆਪਾਂ ਪੜ੍ਹਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ। ਫਿਰ ਬੇਨਤੀ ਸਭ ਨੂੰ ਪਤਾ ਹੈ, ਪਾਠ ਵੱਖਰਾ ਵੱਖਰਾ, ਗੁਰਬਾਣੀ ਇਕੱਠਾ ਨਹੀਂ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਤੇ ਮਹਾਰਾਜ ਅੱਗੇ ਕਹਿੰਦੇ ਨੇ ਪ੍ਰਮਾਣ ਦੀ ਕੀ ਲੋੜ, ਤੈਨੂੰ ਕਿਹੜਾ ਦੱਸਾਂ ਵੀ ਆ ਤਰ ਗਿਆ, ਪ੍ਰਤੱਖ ਗੁਰੂ ਨਿਸਤਾਰੇ। ਇੱਥੇ ਬਾਣੀ ਗੁਰੂ ਕਿਹਾ, ਤੇ ਇਸੇ ਤਰ੍ਹਾਂ ਬਾਣੀ ਚ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ। ਬਾਣੀ ਨਿਰੰਕਾਰ ਵੀ ਹੈ, ਬਾਣੀ ਗੁਰੂ ਵੀ ਹੈ। ਸਤਿਗੁਰਾਂ ਦੇ ਅੰਦਰ ਜਿਹੜੇ ਉਹ ਸ਼ਬਦ ਆਏ, ਮੈਂ ਕਈ ਵਾਰੀ ਕਹਿਣਾ ਕਿ ਗੁਰੂ ਸਾਹਿਬ ਹਰ ਵੇਲੇ ਥੋੜਾ ਸ਼ਬਦ ਉਚਾਰਨ ਕਰਦੇ ਸਨ। ਜਦੋਂ ਪਹਿਲਾ ਪ੍ਰਥਮ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਦੋਂ ਗੁਰੂ ਨਾਨਕ ਦੀ ਜੋਤ ਨੂੰ 1469 ਤੋਂ ਲੈ ਕੇ ਪ੍ਰਥਮ ਪ੍ਰਕਾਸ਼ ਤੱਕ, ਪਹਿਲੇ ਪ੍ਰਕਾਸ਼ ਤੱਕ 135 ਸਾਲ ਹੋ ਜਾਂਦੇ ਆ। ਪਹਿਲੇ ਪ੍ਰਕਾਸ਼ ਤੱਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਕੀਤਾ ਕਿ 135 ਸਾਲ ਲਗਾਤਾਰ ਬਾਣੀ ਉਚਾਰਨ ਕਰੇਗੇ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ, ਚਲੋ ਇਸ ਜ਼ਿਆਦਾ ਵਿਸ਼ੇ ਨੂੰ ਆਪਾਂ ਸ਼ੁਰੂ ਕਰਾਂਗੇ ਕਿ 1170 ਵਿੱਚ ਭਗਤ ਜੈਦੇਵ ਜੀ ਦਾ ਜਨਮ ਹੁੰਦਾ ਹੈ ਬੰਗਾਲ ਵਿੱਚ, ਉਹਨਾਂ ਦੀ ਬਾਣੀ ਦਰਜ ਹੈ। 1173 ਦੇ ਵਿੱਚ ਬਾਬੇ ਫਰੀਦ ਦਾ ਜਨਮ ਹੁੰਦਾ ਹੈ, ਉਹਨਾਂ ਦੀ ਬਾਣੀ ਦਰਜ ਹੈ। ਤੇ ਸਰੀਰਕ ਤੌਰ ਤੇ ਇੱਕ ਦੂਜੇ ਨੂੰ ਕਦੇ ਮਿਲੇ ਵੀ ਨਹੀਂ, ਪਰ ਸੁਰਤ ਕਰਕੇ ਜਿਹੜਾ ਰੱਬੀ ਗਿਆਨ ਸੱਚ ਇੱਕ ਬੰਗਾਲ ਵਿੱਚ ਪਿਆ ਹੈ, ਦੂਜਾ ਪੰਜਾਬ ਵਿੱਚ ਪਿਆ ਹੈ। ਗੁਰੂ ਨਾਨਕ ਦੀ ਜੋਤ ਨੇ ਦੋਨਾਂ ਦਿਸ਼ਾਵਾਂ ਨੂੰ ਸ਼ਬਦ ਵੀ ਜੋੜ ਕੇ ਰੱਖ ਦਿੱਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤੋੜਦਾ ਨਹੀਂ, ਇਹ ਜੋੜਦਾ ਹੈ। ਮੈਂ ਰਾਤ ਵੀ ਮਾਛੀਵਾੜੇ ਸਾਹਿਬ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝੀਏ ਅਸੀਂ ਗੁਰਸਿੱਖੋ, ਕਿ ਠੀਕ ਅਸੀਂ ਕਹਿੰਦੇ ਸਿੱਖਾਂ ਦਾ ਗੁਰੂ, ਪਰ ਜੇ ਤੁਸੀਂ ਸੁਰਤ ਵਾਲਾ ਕੋਈ ਸ਼ਬਦ ਦਾ ਪਾਠ ਕਰੇਗਾ, ਉਹ ਕਹੇਗਾ ਕੱਲਾ ਸਿੱਖਾਂ ਦਾ ਗੁਰੂ ਨਹੀਂ, ਇਹ ਪੂਰੀ ਮਾਨਵਤਾ ਦਾ ਗੁਰੂ ਹੈ, ਇਹ ਪੂਰੀ ਮਨੁੱਖਤਾ ਦਾ ਗੁਰੂ ਹੈ। ਅੱਜ ਅਸੀਂ ਦੇਖਦੇ ਇਸ ਮੁਲਕ ਵਿੱਚ ਵੀ, ਚਲੋ ਦਲਿਤ ਸਮਾਜ ਕਹਿੰਦੇ ਆ ਜਾਂ ਦੂਜੇ ਸ਼ਬਦ ਵਰਦੇ, ਮੈਂ ਥੋੜਾ ਜਿਹਾ ਖਿੰਨ ਵਿੱਚੋਂ ਨਿਕਲਿਆ, ਪਰ ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਨੇ ਸਭ ਤੋਂ ਪਹਿਲਾਂ, ਪਿਛਲੇ ਦਿਨੀ ਵੀ ਕਿਹਾ ਵੀ ਚਮਕੌਰ ਸਾਹਿਬ ਕਿਉਂ ਗੁਰੂ ਸਾਹਿਬ ਨੂੰ ਘੇਰੇ ਪਏ, ਕਿਉਂ ਲਾਲ ਸ਼ਹੀਦ ਹੋਏ, ਇਹਦੇ ਪਿੱਛੇ ਕਈ ਸਦੀਆਂ ਦੇ ਕਾਰਨ ਨੇ, ਕੇਵਲ ਇਸ 10 ਦਿਨਾਂ ਦੇ ਕਾਰਨ ਨਹੀਂ। ਤੇ ਜਿਹੜੇ ਅਜਮਾ ਵੀ ਚੁੱਕੇ ਆ, ਉਹ ਫਿਰ ਦੁਬਾਰਾ ਕਦੀ 50 ਸਾਲ ਬਾਅਦ, ਕਦੀ 30 ਸਾਲ ਬਾਅਦ ਉਹ ਫਿਰ ਦੁਬਾਰਾ ਅਜ਼ਮਾਉਂਦੇ ਆ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਹਰ ਅਜ਼ਮਾਇਸ਼ ਵਿੱਚੋਂ ਸਿੱਖ ਬਾਹਰ ਨਿਕਲ ਕੇ ਸੁਰਖਰੂ ਹੋ ਕੇ ਨਿਕਲਦਾ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂ, ਇਹ ਜਿਹੜਾ ਰੱਬੀ ਗਿਆਨ ਹੈ, ਇਹ ਧੁਰ ਅੰਦਰ ਆਇਆ ਅਨੁਭਵ ਹੈ, ਇਹਨੂੰ ਅੱਖਰਾਂ ਦਾ ਰੂਪ ਦਿੱਤਾ ਸਤਿਗੁਰਾਂ ਨੇ। ਫਿਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤਾ, ਮੈਂ ਕਹਿੰਦਾ ਕੁਰਬਾਨ ਜਾਵਾਂ ਸਤਿਗੁਰੂ ਤੋਂ, 5ਵੇਂ ਜਾਮੇ ਕਿਉਂ ਪ੍ਰਕਾਸ਼ ਕਰ ਦਿੱਤਾ? ਅਜੇ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ, 9ਵੇਂ ਤੇ 10ਵੇਂ, ਕਿਉਂਕਿ ਸ਼ਬਦ ਦੀ ਲਿਖਤ ਦੇ ਤੌਰ ਤੇ ਮਿਹਰਬਾਨ ਪਹਿਲਾਂ ਪਹਿਲ ਕਰ ਚੁੱਕਾ ਹੈ, ਉਹਨੇ ਆਪਣਾ ਗ੍ਰੰਥ ਪਹਿਲਾਂ ਬਣਾ ਦਿੱਤਾ ਹੈ। ਤਾਂ ਹੀ ਸਾਡਾ ਇਤਿਹਾਸ ਕਹਿੰਦਾ ਹੈ ਕਿ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, 4 ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ, ਉਹ ਤਿਆਰੀ ਕਰੀ ਬੈਠਾ। ਗੁਰੂ ਸਾਹਿਬ ਜੀ ਨੇ ਇਸ ਰੱਬੀ ਸ਼ਬਦ ਵਿੱਚ ਕੋਈ ਮਿਲਾਵਟ ਨਾ ਹੋਵੇ, ਇਸ ਨੂੰ ਪੋਥੀ ਸਾਹਿਬ ਤੋਂ, ਚਲੋ ਉਦੋਂ ਵੀ ਕਹਿੰਦੇ ਨੇ ਪੋਥੀ ਪਰਮੇਸ਼ਰ ਦਾ ਦਾਨ, ਪਰ ਅਸੀਂ ਸਾਰੇ ਇਹੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਜਦੋਂ ਪ੍ਰਕਾਸ਼ ਕੀਤਾ, ਬਚਨ ਕਰਨ ਵਾਲੇ ਗੁਰੂ ਅਰਜਨ ਦੇਵ ਕੋਲ ਨਹੀਂ। ਸਿੱਖ ਪੁੱਛ ਸਕਦੇ ਆ, ਮਹਾਰਾਜ ਜੀ ਆਹ ਬੇਨਤੀ ਹੈ, ਤੇ ਗੁਰੂ ਅਰਜਨ ਦੇਵ ਆਪਣੇ 5 ਪੁਸਤਕ ਚੋਲੇ ਚੋਂ ਮੁੱਖ ਚੋਂ ਬੋਲਦੇ ਆ ਵੀ ਤੁਹਾਡੀ ਗੱਲ ਦਾ ਆ ਉੱਤਰ ਹੈ। ਪਰ ਸਤਿਗੁਰੂ ਨੇ ਆਪ ਹਰਮੰਦਰ ਸਾਹਿਬ ਵਿੱਚ ਬੈਠ ਕੇ ਪਹਿਲਾ ਪ੍ਰਕਾਸ਼ ਜਦੋਂ ਕਰਾਇਆ, ਉਸ ਵਕਤ ਸਾਨੂੰ ਪਹਿਲੀ ਗੱਲ ਇਹ ਸਮਝਾ ਦਿੱਤੀ ਕਿ ਮੇਰਾ ਵਜੂਦ, ਮੇਰਾ ਸ਼ਰੀਰ ਹੈ,
ਇਹ ਸਰੀਰ ਇੱਕੋ ਵੇਲੇ ਸਿਰਫ ਇੱਕੋ ਥਾਂ ਤੇ ਪ੍ਰਕਾਸ਼ਿਤ ਹੋਵੇਗਾ। ਮੈਂ ਇਹੋ ਜਿਹੇ ਗੁਰੂ ਨਾਲ, ਇਹੋ ਜਿਹੇ ਸ਼ਬਦ ਨਾਲ ਤੁਹਾਨੂੰ ਜੋੜਨ ਲੱਗਿਆ, ਰਹਿੰਦੀ ਦੁਨੀਆ ਤੱਕ ਇੱਕੋ ਵੇਲੇ ਕਰੋੜਾਂ ਸਿੱਖ ਇਸ ਗੁਰੂ ਦੇ ਦਰਸ਼ਨ ਕਰਿਆ ਕਰਨਗੇ, ਇੱਕੋ ਵੇਲੇ। ਬਸ ਇਹ ਸਾਡੇ ਇਤਿਹਾਸ ਨੇ ਲਿਖਿਆ। ਤੇ ਜਿਹੜੇ ਸ਼ਬਦ ਕਹੇ ਸੀ, ਤਕਰੀਬਨ ਮੰਜੀ ਸਾਹਿਬ ਜਦੋਂ ਇਹ ਕਥਾ ਕਰਨੇ ਆ ਪਹਿਲੇ ਪ੍ਰਕਾਸ਼ ਦੀ ਹਰ ਕਥਾ ਵਾਚਕ ਉਹ ਸ਼ਬਦ ਦੁਹਰਾਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੇ ਸਭ ਪੰਥ। ਅੱਗੇ ਭਾਈ ਸਾਹਿਬ ਲਿਖਦੇ ਆ, ਅਦਬ ਸੰਗ ਤਬ ਗ੍ਰੰਥ ਤੋਂ ਖੋਲਾ, ਲੈ ਆਵਾਜ਼, ਬੁੱਢਾ ਮੁਖ ਬੋਲਾ। ਉੱਥੇ ਸਾਡੇ ਇਤਿਹਾਸ ਨੇ ਸ਼ਬਦ ਆਵਾਜ਼ ਲਿਖਿਆ ਹੈ। ਤੇ ਸਾਡੇ ਪਿੰਡਾਂ 'ਚ ਅਜੇ ਤੱਕ ਇਹ ਸ਼ਬਦ ਵਰਤਦੇ ਸਨ ਕਿ ਅੰਮ੍ਰਿਤ ਵੇਲੇ ਬਾਬਾ ਜੀ ਨੇ ਜਦੋਂ ਆਵਾਜ਼ਾਂ ਦਿੱਤਾ, ਸਾਡੇ ਬਜ਼ੁਰਗ ਕਹਿੰਦੇ ਸਨ। ਹੁਕਮਨਾਮਾ ਸ਼ਬਦ ਬਾਅਦ ਵਿੱਚ ਬਣਦਾ, ਅੱਜ ਕੱਲ ਬਣਿਆ। ਪਹਿਲਾਂ ਸ਼ਬਦ ਸੀ ਸਿਰਫ ਆਵਾਜ਼, ਆਵਾਜ਼ਾਂ। ਫਿਰ ਇਹ ਸ਼ਬਦ ਆ ਗਿਆ ਵਾਕ, ਫਿਰ ਇਹ ਸ਼ਬਦ ਬਣ ਗਿਆ ਮੁੱਖ ਵਾਕ। ਹੁਣ ਅੱਜ ਕੱਲ ਇਹ ਸ਼ਬਦ ਅਸੀਂ ਹੁਕਮ ਜਾਂ ਹੁਕਮਨਾਮਾ ਕਹਿੰਦੇ ਆ, ਪਰ ਇਹਦੀ ਸ਼ੁਰੂਆਤ ਆਵਾਜ਼ ਤੋਂ ਬਣੀ ਹੈ। ਆਵਾਜ਼ ਤੇ ਬਾਣੀ ਪਰਿਆਵਾਚੀ ਸ਼ਬਦ ਨੇ। ਬਾਣੀ ਸੰਸਕ੍ਰਿਤ ਚ ਅਸੀਂ ਪੜ੍ਹਨੇ ਆ, ਇਹਦਾ ਅਰਥ ਵੀ ਆਵਾਜ਼ ਹੀ ਹੈ ਨਾ। ਤੇ ਬਾਣੀ ਝੂਠੀ ਵੀ ਹੁੰਦੀ ਏ ਤੇ ਬਾਣੀ ਸੱਚੀ ਵੀ ਹੁੰਦੀ ਏ। ਸਤਿਗੁਰੂ ਨੇ ਇਸ ਨੂੰ ਤਦ ਭਵ ਰੂਪ ਦੇ ਦਿੱਤਾ, ਬਾਣੀ ਕਹਿ ਦਿੱਤਾ, ਸ਼ਬਦ ਬਾਣੀ ਕਹੇ। ਅਸੀਂ ਆਨੰਦ ਸਾਹਿਬ ਚ ਬਾਣੀ ਨਾਲ ਲਫ਼ਜ਼ ਸੱਚੀ ਵੀ ਪੜ੍ਹਨੇ ਆ ਤੇ ਬਾਣੀ ਨਾਲ ਕੱਚੀ ਵੀ ਪੜ੍ਹਨੇ ਆ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਆਵਾਜ਼ ਕੱਚੀ ਵੀ ਹੈ। ਤੇ ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਕੱਚੀ ਵੀ ਔਰ ਸੱਚੀ ਵੀ। ਪਰ ਉੱਥੇ ਸਤਿਗੁਰੂ ਨੇ ਜਦੋਂ ਕਿਹਾ ਕਿ ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਦਾਸ ਅੱਜ ਮੱਥਾ ਟੇਕਣ ਗਿਆ, ਮੇਰੇ ਮਨ ਸੀ ਕਿ ਅੱਜ ਜਨਮ ਦਿਹਾੜੇ ਤੇ ਬੋਲਣਾ। ਭਾਈ ਸਾਹਿਬ ਨੇ ਸ਼ਬਦ ਪੜ੍ਹ ਕੇ ਵੀ ਗਏ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹਦੀ ਵੀ ਥੋੜੀ ਜਿਹੀ ਅਰਜ਼ ਕਰਾਂਗਾ। ਤੇ ਮਹਾਰਾਜ ਅੱਜ ਮਾਤਾ ਜੀ ਦੇ ਸਥਾਨ ਤੇ ਸਾਹਿਬਜ਼ਾਦਿਆਂ ਦੇ ਆਪਨੇ ਪੜ੍ਹਿਆ ਹੋਣਾ, ਜਦੋਂ ਬੁਰਜ ਵਿੱਚ ਗਏ ਤੇ ਉੱਥੇ ਲਿਖਿਆ ਸੀ ਗੁਰੂ ਨਾਨਕ ਸਾਹਿਬ ਦੇ ਬਚਨ, ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਧਾਈ, ਸਾਚ ਨਾਮ ਕੀ ਮਿਲੀ ਵਡਾਈ। ਇਹ ਸਾਰਿਆਂ ਨੇ ਤੁਸੀਂ ਅੱਜ ਠੰਡੇ ਬੁਰੇ ਤੇ ਹੁਕਮਨਾਮਾ ਪੜਿਆ ਹੋਣਾ। ਜਿਨ੍ਹਾਂ ਨੇ ਕਿਤੇ ਵੀ ਜਾਓ ਗੁਰਦੁਆਰਾ ਸਾਹਿਬ, ਮੈਂ ਬੇਨਤੀ ਕਰਾਂਗਾ ਜ਼ਰੂਰ ਜੋ ਪਵਿੱਤਰ ਸ਼ਬਦ ਲਿਖਿਆ ਉਹਨੂੰ ਪੜੋ ਜ਼ਰੂਰ, ਉਹ ਸਭ ਲਈ ਇੱਕੋ ਜਿਹਾ ਹੈ। ਹੁਣ ਜਦੋਂ ਅਸੀਂ ਇੱਥੇ ਮੱਥਾ ਟੇਕਿਆ ਤੇ ਮੇਨ ਕਵਾੜ ਦੇ ਸਾਹਮਣੇ ਸਤਿਗੁਰੂ ਗੁਰੂ ਅਰਜਨ ਦੇਵ ਦਾ ਬਚਨ ਸੀ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂ ਕੈ ਜਾ ਕਾ ਸਤਿਗੁਰ ਪੂਰਾ। ਦੋ ਸ਼ਬਦ ਮੈਂ ਇਹ ਤਾਂ ਕਿਹਾ ਕਿ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਸ਼ਹਾਦਤ ਵਾਲੀ ਥਾਂ ਤੇ ਮਨਾਉਣ ਆਏ ਹਾਂ। ਹਾਲ ਆਪ ਸਭ ਨੂੰ ਪਤਾ ਹੈ ਬਾਬਾ ਜੀ ਦਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਹੋਇਆ, ਪਰ ਅੱਜ ਇੱਕ ਗੱਲ ਪੱਲੇ ਬੰਨ ਕੇ ਲਿਜਾਣੀ ਹੈ ਆਪਾਂ ਸਾਰਿਆਂ, ਕਿ ਜਦੋਂ ਅਸੀਂ ਅੱਜ ਗਏ ਤੇ ਅੱਜ ਸਾਨੂੰ ਉਸ ਸਥਾਨ ਤੇ ਜਨਮ ਦਿਹਾੜੇ ਬੁਰਜ ਵਾਲੇ ਸਥਾਨ ਤੇ ਸ਼ਹਾਦਤ ਵਾਲੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਹੜੇ ਬਚਨ ਕਮਾਉਣ ਵਾਸਤੇ ਦਿੱਤੇ। ਬੜਾ ਸੌਖਾ ਜਿਹਾ ਹੋ ਜਾਏਗਾ। ਮੈਂ ਥੋੜੇ ਜਿਹੇ ਦੇ ਅਰਥ ਕਰਨੇ ਚਾਹਨਾ, ਕਿਉਂਕਿ ਅਸੀਂ ਅੱਜ ਇੱਥੇ ਜਦੋਂ ਆਏ ਹਾਂ ਜਨਮ ਵਾਲੇ ਦਿਨ। ਪਹਿਲਾ ਹੈ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਹੈ, ਦੋਏ ਦੀਵੇ 14 ਹਟ ਨਾਲੇ। ਮੈਨੂੰ ਪਤਾ ਕਈ ਸਾਲ ਪਹਿਲਾਂ ਮੈਂ ਇਸ ਸ਼ਲੋਕ ਦੀ ਇੱਥੇ ਕਥਾ ਕਰਕੇ ਗਿਆ, ਮੇਰੇ ਜ਼ਿਹਨ 'ਚ ਬਿਲਕੁਲ ਭੁੱਲਦਾ ਨਹੀਂ, ਜਿੰਨੇ ਸਾਲ ਹੋ ਗਏ ਨੇ ਹੁੰਦੇ ਅਜੇ ਤੱਕ, ਵੀ ਕਿਹੜੇ ਸਾਲ ਕਿਹੜੀ ਕਥਾ ਕੀਤੀ। ਹੁਣ ਇੱਥੇ ਗੁਰੂ ਜੀ ਕਹਿੰਦੇ ਨੇ, ਇੱਕ ਹੁੰਦਾ ਹੈ ਰਹਿਣ ਵਾਲਾ ਘਰ, ਇੱਕ ਹੁੰਦਾ ਘਰ ਨੂੰ ਚਲਾਉਣ ਵਾਲਾ ਬਾਜ਼ਾਰ। ਸਿੱਧੀ ਗੱਲ, ਇੱਕ ਹੁੰਦਾ ਬਾਜ਼ਾਰ, ਇੱਕ ਹੁੰਦਾ ਘਰ। ਵਪਾਰੀ ਪੁੱਤਰਾਂ ਨੂੰ ਪਤਾ ਹੈ ਜਿਹੜੇ ਵਪਾਰ ਕਰਦੇ ਆ, ਕਿ ਜਿਸ ਬੰਦੇ ਦਾ ਬਾਜ਼ਾਰ ਖੱਟੀ ਦੁਕਾਨ ਚੱਲਦੀ ਏ ਉਹਦਾ ਘਰ ਹਮੇਸ਼ਾ ਹੀ ਵਸਿਆ ਰਹੇਗਾ, ਤੇ ਜਿਹੜੇ ਬੰਦੇ ਦੀ ਦੁਕਾਨ ਚਲੀ ਗਈ ਚੇਤੇ ਰੱਖਿਓ ਉਹਦਾ ਘਰ ਵੀ ਕਈ ਵਾਰੀ ਚਲਾ ਜਾਂਦਾ ਹੈ। ਬਾਜ਼ਾਰ ਹੈ ਤੇ ਦੁਕਾਨ ਹੈ, ਜੇ ਬਾਜ਼ਾਰ ਨਹੀਂ ਤੇ ਚੇਤੇ ਰੱਖਿਓ ਵਾਹਿਗੁਰੂ
दुकान नहीं, बाजार नहीं ते घर नहीं। गुरु साहब ने शब्द की वरते। लोग बाजार बनाते अजकल, चलो आ बिजली कैसी लाइट स्ट्रीट लगी है, दीवे बलते आ चानने, पर ये रात नूं है ना। महाराज कहते ने वो इंसान अज सानू उपदेश देंदे आ कि जिस धरती ते तू आया अज मत्था टेकन, एक गल समझ के जाई, तू इस संसार विच एक व्यापारी बन के आया है। ये संसार एक बाजार है। दिने सूरज चढ़दा है, ये दिन दा दीवा है। रात नूं चंद्रमा आउंदा है, रात दा दीवा है। ये दो दीवे ने ते 14 हट नाले। असल च जेड़े 14 शब्द है ना, ये इस्लाम नाल रिलेटेड है। ते इस बारे सानू सिखां नूं एवें वाल दी कि खल नहीं खिंचनी चाहिए। जिमें कई बारी 84 लाख जून है कि नहीं जी, ये 14 तबक है ने कि नहीं। हुण मैं एक बेनती करा, जदों गुरु टोटैलिटी च समुचता च गल करनगे उदों 14 लफ्ज भी वरतणगे, ते जदों वो 14 दे सीमा नूं कहणगे भी नहीं ये 14 गिनती विच है, असीम दी गल करनगे, उदों पातालां पाताल लख, आगासां आगास भी करनगे। हुण ये दोनों तुकां एक गुरु नानक दियां ने। एक पासे गुरु नानक साहब कह रहे ने सलोक 14 हट नाले, 14 हट्टियां ने, 14 बाजार ने, पर यह इस्लाम का कंसैप्ट है कि 14 तबक। इनू गुरु गोबिंद सिंह जी ने भी वरतिया। लोग 14 के बिखे जग जाप ही जे जाप, पर इनू समुचता च लेना मेरी बेनती है कि जो कोई तू माने, जेड़ा 14 कह रहा है वही बाबा कह रहा, पातालां पाताल लख, आगासां आगास। सानू सुरत नाल इह गल, गुरु ग्रंथ साहिब च कोई आपा विरोधी शब्द नहीं, कोई पूरे गुरु ग्रंथ साहिब च आपा विरोधी बाणी नहीं। सिर्फ कारण एवे साडी सुरत आपा विरोधी है। जिदन सुरत अपने कचरे नूं बाहर सट देगी ना, ते गुरु दी मत नूं लै लैगी, कोई भी एक दूजे नूं कट्टण वाला शब्द नहीं मिलेगा। इत्थे हुण मैं फिर बेनती करांगा, दोए दीवे गुरु नानक साहिब कहंदे ने, दो दीवे ने, चंद्रमा ते सूरज। 14 हट नाले, सारा संसार खटियां है। हुण 14 का अर्थ जो कोई दा अर्थ ये प्लैनेट नहीं करना। मैं अज एक राती शायद अज सवेरे कथा की साइंस जेडे बच्चे पढ़ते हैं उन्होंने पता है, साइंस ये गल सिद्ध कर चुकी है कि साडी धरती दी रब दी बनाई कोई सृष्टि विच इन्नी हस्ती है, जिवें समुंदर दे किनारे मीलों च बीच है, ते उस बीच दे विच एक निक्का जिहा रेत दा कण डिग्गा होवे। ये सिद्ध किया विद्वानां ने कि इस धरती दी जिहड़ी होंद है, जो कुछ रब ने सिरजिया ओहदे सामने सिर्फ इन्नी को है जिवें समुंदर दे किनारे पए होए एक रेत दे कण दी कीमत है। ते अपनी बंदा फुलिया नहीं समांदा, मेरे वर्गा कोई है ही नहीं। जदों झाती मार के विराटता देखो, ओहदे बनाए हुए जिहड़े तारे जिहड़े एक सकिंट विच लखां किलोमीटर रोशनी चीरदी आ रही है, वो तारियां दी रोशनी अजे इत्थों तक नहीं पहुंची, ते बंदे दी की हस्ती उत्थे पहुंच सकेगा। मैं फिर विषय तो दूर नहीं जावांगा। दोए दीवे, चंद्रमा ते सूरज दो दीवे ने, 14 खट नाले। जो कुछ रब ने बनाया ये बाजार है, जेते जी तेते वणजारे। इत्थे जिन्ने भी जीव आए ने, हर जीव परमात्मा ने वणजारा बना के भेजा। फिर सुनियो, दोए दीवे 14 हट नाले, जेते जी तेते वणजारे। खुले खट हुआ व्यापार। जिस दिन की सृष्टि बनी ते मानव होंद विच आया, उस दिन का यह व्यापार होना शुरू हो गया। हट्टी खुल गई। जो पहुंचा सो चलन खार। जेड़ा इत्थे पहुंचा, जिहदा जन्म होया, उन्हें एक दिन इस बाजार नूं छड्ड के तुरना जरूर है। इस नुकते नूं फिर सुनियो, मेरी बेनती है जी, जिन्ने असीं पहुंचे हैं आपां बाजार छड्डना नहीं। जो पहुंचा सो चलन खार। अगे गुरु कहंदा, धर्म दलाल पाए निशान। जदे व्यापारी ने पता नहीं, जदों सौदा जां पै करते हैं, वो अव्वल दोम सेम इस तरह कहंदे आ, 1 नंबर का माल, 2 नंबर, 3 नंबर इस तरह कहंदे आ। कहंदे बंदिया, तू जन्म तो लैके मौत तक जिन्ने कर्म करेगा, रब का बनाया हुआ विधान धर्म जिहड़ा है वो तेरे हर कर्म ते निशानी पाई जाएगा। आ काम तेरा लेखे विच पैना, आ काम तेरे सजा का कारण बनेगा। फिर बेनती, जिन्ने असीं करने हुण इनू फिर थोड़ा जिहा बाणी चौवा देखिए। आ जिन्हों कहा ना धर्म दलाल, इनू गुरु जी ने जपजी साहिब च कहा, चंगियाइयां बुराइयां वाचै धर्म दूर। इनू आसा की वार दी दूजी पौड़ी,
ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜ਼ਮਾਲਿਆ। ਇਹਨੂੰ ਧਰਮ ਖੰਡ ਚ ਕਿਹਾ ਕੱਚ ਪਕਾਈ ਉੱਥੇ ਪਾਏ ਧਰਮ ਦਲਾਲ ਪਾਏ ਨਿਸ਼ਾਨ। ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪੈ ਜਾਏ। ਜੋ ਅਸੀਂ ਕਰਮ ਕਰ ਰਹੇ ਫਿਰ ਇਹਨੂੰ ਬੇਨਤੀ ਧਰਮ ਦਲਾਲ ਪਾਏ ਨਿਸ਼ਾਨ। ਅਸੀਂ ਆਮ ਤੌਰ ਤੇ ਜਿੰਨੀ ਦੇਰ ਤੱਕ ਅਰੋਗਤਾ ਹੈ ਤੰਦਰੁਸਤੀ ਹੈ ਸ਼ਬਦ ਕਹਾਂਗੇ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਨਹੀਂ ਪਿਆਰਿਓ, ਇਹ ਗੱਲ ਚੇਤੇ ਰੱਖਿਓ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਸ ਦੁਨੀਆ 'ਚ ਅੱਜ ਤੱਕ ਕੋਈ ਬੰਦਾ ਉਮਰ ਭੋਗ ਕੇ ਖਾਲੀ ਨਹੀਂ ਗਿਆ। ਗੁਰਬਾਣੀ ਮੁਤਾਬਕ ਕੋਈ ਖਾਲੀ ਨਹੀਂ ਗਿਆ, ਹਰ ਬੰਦਾ ਆਪਣੇ ਨਾਲ ਕੁਝ ਲੈ ਕੇ ਗਿਆ। ਆਪਾਂ ਕਹਾਂਗੇ ਬਾਣੀ ਤੇ ਕਹਿੰਦੀ ਹੈ ਨਾਂਗੇ ਆਮਨ ਨਾਂਗੇ ਜਾਣਾ ਕੋਈ ਨਾ ਰਿਹਾ ਹੈ ਰਾਜਾ ਰਾਣਾ। ਇੱਥੇ ਕੁਛ ਨਹੀਂ ਜਾਣਾ, ਸਭ ਕੁਝ ਝੂਠ ਹੈ। ਪਰ ਮੈਂ ਬੇਨਤੀ ਕਰਾਂ, ਗੁਰਬਾਣੀ ਕਹਿ ਰਹੀ ਹੈ ਕਿ ਫਿਜ਼ੀਕਲ ਤੌਰ ਤੇ ਜੋ ਕੋਈ ਤੂੰ ਬਾਹਰ ਮੁਖੀ ਇਕੱਠਾ ਕੀਤਾ ਇਹਦੇ ਵਿੱਚੋਂ ਕੁਝ ਨਹੀਂ ਜਾਣਾ, ਪਰ ਸਰੀਰਕ ਤੌਰ ਤੇ ਕੀਤੇ ਹੋਏ ਚੰਗੇ ਮੰਦੇ ਕਰਮ ਜਿਹਨੂੰ ਗੁਣ ਤੇ ਔਗੁਣ ਗੁਰੂ ਕਹਿੰਦਾ ਹੈ, ਕੋਈ ਖਾਲੀ ਨਹੀਂ ਗਿਆ। ਕੋਈ ਅਵਗੁਣਾਂ ਦੀਆਂ ਪੰਡਾਂ ਬਣ ਕੇ ਚਲਾ ਗਿਆ ਤੇ ਕੋਈ ਗੁਣ ਲੈ ਕੇ ਚਲਾ ਗਿਆ, ਕੋਈ ਖਾਲੀ ਗਿਆ ਹੈ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ। ਬਨ ਕਿਹੜਾ ਖਾਲੀ ਗਿਆ ਹੈ ਜੀ? ਹਰ ਬੰਦਾ ਕੁਝ ਲੈ ਕੇ ਜਾਂਦਾ, ਗੁਣ ਜਾਂ ਅਵਗਣ। ਮੈਂ ਫਿਰ ਬੇਨਤੀ ਕਰਾਂਗਾ, ਧਾਲ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ। ਜਿਨ੍ਹਾਂ ਨੇ ਇਸ ਬਾਜ਼ਾਰ ਵਿੱਚ ਇਸ ਸੰਸਾਰ ਵਿੱਚ ਨਾਮ ਦਾ ਲਾਹਾ ਖੱਟ ਲਿਆ ਉਹਨਾਂ ਦਾ ਘਰ ਜ਼ਰੂਰ ਬਣੇਗਾ। ਫਿਰ ਬੇਨਤੀ ਹੈ, ਬਾਜ਼ਾਰ ਵਿੱਚ ਕਮਾਈ ਹੁੰਦੀ ਹੈ ਤੇ ਘਰ ਵੱਖਰੇ ਬਣਦੇ ਆ। ਗੁਰਮੁਖੋ, ਜਿਨਨੇ ਇਸ ਸੰਸਾਰ ਬਾਜ਼ਾਰ ਵਿੱਚ ਕਮਾਈ ਕੀਤੀ ਉਹਦਾ ਪ੍ਰਭੂ ਦਾ ਘਰ ਜ਼ਰੂਰ, ਪਰਮਾਤਮਾ ਦੇ ਘਰ ਜ਼ਰੂਰ ਥਾਂ ਬਣੇਗੀ। ਜਿਨੇ ਆਪਣਾ ਬਾਜ਼ਾਰ ਹੀ ਸਭ ਕੁਝ ਫੂਕ ਦਿੱਤਾ ਉਹਦਾ ਘਰ ਕਿੱਥੇ ਬਣਨਾ? ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਧਾਈ ਸਾਚ ਨਾਮ ਕੀ ਮਿਲੀ ਵਡਾਈ। ਆਪਾਂ ਸਾਰੇ ਗੁਰਮੁਖੋ ਵਪਾਰੀ ਬਣ ਕੇ ਆਏ ਹਾਂ। ਥੋੜਾ ਜਿਹਾ ਇਸ ਨੁਕਤੇ ਨੂੰ ਬਾਣੀ ਚੋਂ ਦੇਖ ਲਈਏ। ਆਨੰਦ ਸਾਹਿਬ ਦਾ ਅਸੀਂ ਪਾਠ ਕਰਨੇ, ਉੱਥੇ ਗੁਰੂ ਨੇ ਵਪਾਰ ਦਾ ਜ਼ਿਕਰ ਕੀਤਾ। ਹਰ ਰਾਸ ਮੇਰੀ ਮਨ ਵਣਜਾਰਾ, ਪਰਮਾਤਮਾ ਦਾ ਨਾਮ ਮੇਰੀ ਪੂੰਜੀ ਹੈ, ਮਨ ਮੇਰਾ ਵਪਾਰੀ ਹੈ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੋ ਜੀਓ ਲਾ ਖਟਿਓ ਦਿਹਾੜੀ। ਜਿਵੇਂ ਅਸੀਂ ਕਹਿੰਦੇ ਆ ਫਲਾਣਾ ਬੰਦਾ ਮੈਂ ਦਿਹਾੜੀ ਲਾ ਕੇ ਆ ਗਿਆ, ਗੁਰੂ ਜੀ ਕਹਿੰਦੇ ਜਿਵੇਂ ਤੂੰ ਸੰਸਾਰੀ ਦਿਹਾੜੀ ਲਾਣਾ ਇਸੇ ਤਰ੍ਹਾਂ ਕਰਤਾਰੀ ਦਿਹਾੜੀ ਵੀ ਲਾ। ਤੂੰ ਦਿਹਾੜੀ ਕਰਕੇ ਉਹਨੇ ਮੈਨੂੰ ਅੱਜ ਇੰਨੇ ਬਚ ਗਏ, ਤੇ ਜਿਹੜੇ ਦਿਹਾੜੀ ਵਿੱਚ ਇੰਨੇ ਸਵਾਸ ਗਵਾਏ ਨੇ ਬੰਦਗੀ ਵਾਸਤੇ ਵੀ ਕੁਝ ਕਰ ਲੈ। ਹਰ ਰਾਸ ਮੇਰੀ ਮਨਵਨ ਜਾਰਾ, ਹਰ ਰਾਸ ਮੇਰੀ ਮਨਵਨ ਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੋ ਜੀਓ, ਅੰਦਰੋਂ ਜਪ ਲਾਹ ਖੱਟਿਓ ਦਿਹਾੜੀ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਅੱਜ ਠੰਡੇ ਬੁਰਜ ਨੇ ਕਿਹਾ ਬੰਦਿਓ ਤੁਸੀਂ ਵਪਾਰੀ ਬਣ ਕੇ ਆਏ ਹੋ, ਕੁਝ ਖੱਟ ਕੇ ਲਿਜਾਓ। ਜਦੋਂ ਅਸੀਂ ਲਾਲਾਂ ਦੇ ਸ਼ਹਾਦਤ ਵਾਲੇ ਜਗ੍ਹਾ ਤੇ ਮੱਥਾ ਟੇਕਿਆ, ਸਭ ਨੂੰ ਪਤਾ ਹੈ ਤਨਾਸਰੀ ਰਾਗ ਦਾ ਸ਼ਬਦ ਹੈ। ਇਸ ਵਿੱਚ ਗੁਰੂ ਜੀ ਨੇ ਕਿਹਾ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਇਸ ਜਨਮ ਵਿੱਚ ਇਸ ਸਮੇਂ ਵਿੱਚ ਜਿਹਨੂੰ ਪਰਮਾਤਮਾ ਦੇ ਨਾਮ ਨਾਲ ਪਿਆਰ ਬਣ ਜਾਏ, ਰੰਗ ਲੱਗ ਜਾਏ, ਸੋ ਕਹੀਤ ਹੈ ਸੂਰਾ। ਉਹਨੂੰ ਸੂਰਮਾ ਕਿਹਾ ਜਾਂਦਾ ਹੈ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਹੈ। ਤੇ ਮਹਾਰਾਜ ਇਹ ਕਿਵੇਂ ਲੱਗਦਾ ਹੈ? ਅੱਗੇ ਫਿਰ ਸਤਿਗੁਰੂ ਕਹਿੰਦੇ ਆ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ। ਆਤਮ ਜਿਣੈ ਆਪਣੇ ਅੰਦਰ ਨੂੰ ਜਿੱਤ ਲੈ। ਬਾਣੀ 'ਚ ਕਈ ਥਾਵਾਂ ਤੇ ਮਨ ਦੇ ਅਰਥ ਆਤਮ ਆਏ ਨੇ ਤੇ ਕਈ ਥਾਵਾਂ ਤੇ ਆਤਮ ਦੇ ਅਰਥ ਮਨ ਆਏ ਨੇ। ਇਹ ਵੀ ਯਾਦ ਰੱਖਿਓ। ਜਿਵੇਂ ਇੱਕ ਬਾਣੀ 'ਚ ਆਉਂਦਾ ਨਾ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ। ਉੱਥੇ ਜੀਵ ਆਤਮਾ ਕਰਾਂਗੇ ਸਰੀਰ ਨਾਲ ਰਿਲੇਟਡ। ਹੁਣ ਇੱਥੇ ਠਾਕੁਰ ਗਾਈਐ ਆਤਮ ਰੰਗ ਕਿਆ। ਆਤਮ ਜਿਣੈ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ। ਗੁਰਮੁਖੋ ਮਨ ਦੀ ਜਿੱਤ ਹੀ ਸੰਸਾਰ ਦੀ ਜਿੱਤ ਹੈ। ਜਿਹੜਾ ਬੰਦਾ ਭਾਵੇਂ ਝੌਂਪੜੀ 'ਚ ਬੈਠਾ ਹੈ, ਜਿਨੇ ਮਨ ਦੀਆਂ ਫੁਰਨਿਆਂ ਤੇ ਕੰਟਰੋਲ ਕਰ ਲਿਆ, ਮਨ ਨੂੰ ਜਿੱਤਿਆ, ਉਹ ਝੌਂਪੜੀ ਵਿੱਚ ਬੈਠਾ ਵੀ ਸੁਲਤਾਨ ਹੈ। ਤੇ ਜਿਹੜਾ ਰਾਜ ਭਾਗ ਤੇ ਬੈਠਾ ਮਨ ਦੀਆਂ ਵਾਸ਼ਨਾ ਵਿੱਚ ਪ੍ਰਵਿਰਤ ਹੈ, ਉਹ ਸਿੰਘਾਸਨ ਤੇ ਬੈਠਾ ਹੋਇਆ ਵੀ ਭਿਖਾਰੀ ਹੈ।
ਉਹ ਫਿਜ਼ੀਕਲ ਲੋਕਾਂ ਨੂੰ ਜਿੱਤ ਲਏਗਾ, ਵੋਟ ਨਾਲ ਜਿੱਤੇਗਾ, ਪਰ ਅੰਤਰ ਆਤਮ ਨਹੀਂ ਜਿੱਤ ਸਕਦਾ। ਠਾਕੁਰ ਗਾਈਐ ਆਤਮ ਜਿਨੈ ਸਗਲ ਵਸਤਾਂ ਕੈ, ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ, ਨਾਮ ਧਿਆਵਨ, ਸਹਿ ਸਮਾਵਨ ਸੰਗ। ਜਨ ਕੈ ਚਰਨ ਵਸੈ ਮੇਰਾ ਹੀਅਰੈ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ, ਕਿਰਪਾ ਨਿਧ ਨਾਨਕ ਕਹਿ ਸੁਖ ਹੀ। ਇਹ ਅੱਜ ਦੇ ਦੋ ਹੁਕਮ ਨੇ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਅੱਜ ਆਪਾਂ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਤੇ ਮੈਂ ਸਿਰਫ ਤੇ ਸਿਰਫ ਉਹਨਾਂ ਦੇ, ਕਿਉਂਕਿ ਭਾਈ ਸਾਹਿਬ ਬੈਠੇ ਆ, ਸਾਰਿਆਂ ਨੂੰ ਪਤਾ ਹੈ ਸਾਡੇ ਕੋਲ ਉਹਨਾਂ ਦੇ ਜਨਮ ਨਾਲ ਸੰਬੰਧਿਤ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਿਰਫ 2-3 ਸਾਖੀਆਂ ਨੇ। ਇਸ ਤੋਂ ਵੱਧ ਨਹੀਂ ਸਾਡੇ ਕੋਲ ਹੋਗਾ ਕੁਝ, ਭਾਵੇਂ ਕੋਈ ਸ਼ਿੰਗਾਰ ਲੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪ ਸਭ ਨੂੰ ਪਤਾ ਹੈ 4 ਸਾਹਿਬਜ਼ਾਦੇ ਨੇ। ਪਹਿਲੀ ਗੱਲ, ਅਸੀਂ ਬੇਟੇ ਨਹੀਂ ਸ਼ਬਦ ਵਰਤਦੇ, ਉਂਝ ਕਹਿ ਦਿੰਦੇ ਆ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਪਰ ਸ਼ਬਦ ਅਸੀਂ ਸਾਹਿਬਜ਼ਾਦੇ ਵਰਤਨੇ ਆ। ਇੱਕ ਸ਼ਬਦ ਅਸੀਂ ਪਾਤਸ਼ਾਹ ਵਰਤਨੇ ਆ। ਉਂਝ ਸ਼ਬਦ ਬਾਦਸ਼ਾਹ ਵੀ ਆਉਂਦਾ ਹੈ, ਪਾਦਸ਼ਾਹ ਵੀ ਆਉਂਦਾ ਹੈ, ਤੇ ਗੁਰਬਾਣੀ ਵਿੱਚ ਪਾਤਸ਼ਾਹ ਵੀ ਆਉਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੱਲ ਮੈਂ ਅਰਜ਼ ਕੀਤੀ, ਭਾਈ ਨੰਦ ਲਾਲ ਸਾਹਿਬ ਨੇ ਬਾਦਸ਼ਾਹ ਸ਼ਬਦ ਵੀ ਵਰਤੇ। ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹੱਕ ਹੱਕ ਆਦੇਸ਼, ਅੰਦੇਸ਼ ਮੈਂ ਕੱਲ ਕਿਹਾ ਸੀ, ਅੰਦੇਸ਼ ਦਾ ਅਰਥ ਚਿੰਤਨ ਕਰਨ ਵਾਲਾ। ਰੱਬ ਨੂੰ ਹੱਕ ਹੱਕ ਆਦੇਸ਼, ਹੱਕ ਨੂੰ ਪਿਆਰ ਕਰਨ ਵਾਲਾ। ਉੱਥੇ ਲਫ਼ਜ਼ ਆਦੇਸ਼ ਨਹੀਂ, ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ। ਇਹ ਦੋ ਲਫ਼ਜ਼ ਨੇ। ਬਾਦ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਸਿੰਘਾਸਨ। ਇਹ ਦੋ ਲਫ਼ਜ਼ਾਂ ਜਿਵੇਂ ਪਾਤਸ਼ਾਹ, ਬਾਦਸ਼ਾਹ, ਤੇ ਤੀਸਰਾ ਸ਼ਬਦ ਹੈ ਪਾਦਸ਼ਾਹ, ਦੱਦੇ ਨਾਲ ਵੀ ਹੈ। ਬਾਦ, ਪਾਦ ਔਰ ਪਾਤ, ਇਹਨਾਂ ਤਿੰਨਾਂ ਦਾ ਅਰਥ ਹੈ ਕਿ ਸਿੰਘਾਸਨ, ਤੇ ਸ਼ਾਹ ਦਾ ਅਰਥ ਹੈ ਸਿੰਘਾਸਨ ਦਾ ਮਾਲਕ। ਜਦੋਂ ਅਸੀਂ ਪਾਤਸ਼ਾਹ, ਬਾਦਸ਼ਾਹ, ਪਾਦਸ਼ਾਹ ਕਹਿੰਦੇ ਆ, ਇਹਦਾ ਲਫ਼ਜ਼ੀ ਅਰਥ ਹੈ ਸਿੰਘਾਸਨ ਦਾ ਮਾਲਕ, ਪਾਤਸ਼ਾਹ, ਮਹਾਰਾਜਾ। ਹੁਣ ਅੱਗੇ ਹੈ ਸ਼ਬਦ ਸਾਹਿਬਜ਼ਾਦਾ। ਸਾਹਿਬਜ਼ਾਦਾ ਪਾਤਸ਼ਾਹ ਦੇ ਪੁੱਤਰ ਨੂੰ ਕਿਹਾ ਜਾਂਦਾ ਹੈ, ਰਾਜਕੁਮਾਰ ਨੂੰ ਕਿਹਾ ਜਾਂਦਾ ਹੈ। ਇੱਕ ਅਰਥ ਇਹਦੇ ਵੀ ਕੀਤੇ ਆ, ਸਾਹਿਬ ਦਾ ਅਰਥ ਹੈ ਮਾਲਕ, ਸੁਆਮੀ, ਤੇ ਜ਼ਿਆਦਾ ਦਾ ਅਰਥ ਹੈ ਜਾਇਆ ਹੋਇਆ, ਜਣਿਆ ਹੋਇਆ। ਸਾਹਿਬਜ਼ਾਦੇ ਦਾ ਅਰਥ ਇਹ ਵੇ ਕਿ ਮੇਰੇ ਪਾਤਸ਼ਾਹ ਦਾ ਜਣਿਆ ਹੋਇਆ। ਬੜੇ ਪਿਆਰੇ ਸ਼ਬਦ ਨੇ, ਇਹ ਅਰਬ 'ਚ ਜ਼ਿਆਦਾ ਵਰਤਿੰਦੇ ਸਨ ਜੀ, ਪਾਤਸ਼ਾਹ। ਥੋੜੀ ਜਿਹੀ ਇਸ ਸੰਬੰਧੀ ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 3 ਦਿਨਾਂ ਦੀ ਕਥਾ ਆਪਣੀ ਇੱਕੋ ਚੱਲ ਰਹੀ ਹੈ ਕਿ ਇੱਕ ਪਾਸੇ ਦੁਨੀਆ ਦੀ ਬਾਦਸ਼ਾਹੀ ਹੈ, ਪਾਤਸ਼ਾਹੀ ਹੈ, ਤੇ ਦੂਜੇ ਪਾਸੇ ਗੁਰੂ ਨਾਨਕ ਦੇ ਘਰ ਦੀ ਪਾਤਸ਼ਾਹੀ ਹੈ। ਇਹਦੇ ਵਿੱਚ ਅੰਤਰ ਕੀ ਹੈ? ਮੈਂ ਅਰਜ਼ ਕਰਨਾ ਉਹਨਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਪਹਿਲਾਂ ਸ਼ਬਦ ਦਰਬਾਰ, ਕਿਉਂਕਿ ਜਿੰਨੇ ਲਫ਼ਜ਼ ਤੁਸੀਂ ਵਰਤਦੇ ਹੋ, ਇਹ ਮੰਜੀ ਸਾਹਿਬ ਵੀ ਐਤਕੀ ਮੈਂ ਕਹਿ ਸਕਦਾ। ਹੁਣ ਅਸੀਂ ਕਹਿੰਦੇ ਹਾਂ ਦੀਵਾਨ ਸਜਿਆ ਹੈ, ਦੀਵਾਨ ਦਾ ਸੰਬੰਧ ਵੀ ਬਾਦਸ਼ਾਹਤ ਨਾਲ ਹੈ। ਜਿਹੜਾ ਦੀਵਾਨ ਲਫ਼ਜ਼ ਹੈ, ਇਹਦਾ ਸੰਬੰਧ ਬਾਦਸ਼ਾਹਤ ਨਾਲ ਹੈ। ਦੀਵਾਨ ਦਾ ਸੰਬੰਧ ਕੇਵਲ ਧਾਰਮਿਕ ਪ੍ਰੋਗਰਾਮ ਨਾਲ ਨਹੀਂ। ਜੇ ਦੀਵਾਨ ਲਫ਼ਜ਼ ਦੀ ਗਹਿਰਾਈ ਜਾਂਗੇ ਦਾ ਸੰਬੰਧ ਹੈ ਜਿੱਥੇ ਬਾਦਸ਼ਾਹ ਦਾ ਦਰਬਾਰ ਲੱਗਦਾ। ਦੀਵਾਨ, ਦਰਬਾਰ, ਹੁਕਮਨਾਮਾ, ਚੰਦੋਵਾ, ਚੌਰ, ਚੋਬਦਾਰ, ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਨੇ, ਯਾਦ ਰੱਖਿਓ, ਇਹ ਪਾਤਸ਼ਾਹੀ ਦੀ ਵਿਆਖਿਆ ਕਰਦੇ ਨੇ। ਇਸ ਬੇਨਤੀ ਨੂੰ ਫਿਰ ਮੈਂ ਦੁਹਰਾਉਣ ਲੱਗਾ ਕਿ ਇਹ ਲਫ਼ਜ਼ ਇਹ ਨਹੀਂ, ਇਹ ਪੁਰਾਤਨ ਲਫ਼ਜ਼ ਚੱਲੇ ਆ ਰਹੇ ਸਨ। ਇਹ ਸਾਰੇ ਦੇ ਸਾਰੇ ਲਫ਼ਜ਼ ਜਿਹੜੇ ਨੇ ਬਾਦਸ਼ਾਹ ਵਾਸਤੇ ਸਨ, ਕਿ ਬਾਦਸ਼ਾਹ ਦਾ ਚੰਦੋਵਾ, ਬਾਦਸ਼ਾਹ ਦਾ ਚੋਬਦਾਰ, ਬਾਦਸ਼ਾਹ ਦਾ ਚੌਰਬਰਦਾਰ, ਬਾਦਸ਼ਾਹ ਦਾ ਦੀਵਾਨ। ਦੀਵਾਨੇ ਆਮ, ਦੀਵਾਨੇ ਖਾਸ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ। ਫਿਰ ਇੱਕ ਸ਼ਬਦ ਅਸੀਂ ਕਹਿੰਦੇ ਆ ਬਾਦਸ਼ਾਹ ਦਾ ਹੁਕਮ, ਬਾਦਸ਼ਾਹ ਦਾ ਨਗਾਰਾ। ਇਹ ਜਿੰਨੇ ਸ਼ਬਦ ਨੇ ਪਿਆਰਿਓ, ਮੇਰੀ ਬੇਨਤੀ ਨੂੰ ਘੁੱਟ ਕੇ ਪੱਲੇ ਬੰਨਿਓ। ਨਗਾਰਾ, ਚੰਦੋਵਾ, ਦੀਵਾਨ, ਚੋਬਦਾਰ, ਚੌਰਬਰਦਾਰ, ਹੁਕਮਨਾਮਾ, ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਨੇ, ਇਹ ਦੁਨੀਆ ਦੇ ਬਾਦਸ਼ਾਹ ਦੇ ਨਾਲ ਜੁੜੇ ਹੋਏ ਸਨ, ਕਿਉਂਕਿ ਉਹਦੇ ਕੋਲ ਤਾਕਤ ਹੈ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ। ਗੁਲਾਮ ਲਫ਼ਜ਼ ਗੁਰੂ ਜੀ ਨੇ ਵੀ ਵਰਤਿਆ, ਉਹ ਸਾਰਾ ਕੁਝ ਬਦਲ ਕੇ ਰੱਖ ਦਿੱਤਾ। ਮੈਂ ਕਿਹਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ ਪਿਆਰਿਓ, ਜਿੰਨੀ ਪੁਰਾਤਨ ਸ਼ਬਦਾਵਲੀ ਵਰਤੀ ਜਾਂਦੀ ਸੀ, ਗੁਰੂ ਨੇ ਸ਼ਬਦਾਵਲੀ ਉਹੀ ਪਕੜ ਕੇ ਰੱਖੀ, ਉਹਦੇ ਅਰਥ ਬਦਲ ਕੇ ਰੱਖ ਦਿੱਤੇ।
ਢਾਡੀ ਸਿੰਘ ਬੈਠਿਆ, ਅਸੀਂ ਕਹਿੰਦੇ ਆ ਵੀ ਗੁਲਾਮੀ ਬੜੀ ਗਲਤ ਹੈ। ਮੈਂ ਪਿਛਲੇ ਦੀ ਕਿਹਾ, ਸਰੀਰਕ ਗੁਲਾਮੀ, ਮਾਨਸਿਕ ਗੁਲਾਮੀ। ਗੁਲਾਮ ਲਫ਼ਜ਼ ਤਰਾਸਦੀਕ ਹੈ, ਪਰ ਗੁਰੂ ਨੇ ਗੁਲਾਮ ਲਫ਼ਜ਼ ਬਦਲ ਦਿੱਤਾ, ਇਹਦੇ ਅਰਥ ਹੀ ਬਦਲ ਦਿੱਤੇ। ਉਹਨਾਂ ਕਿਹਾ ਬੰਦੇ ਦੀ ਗੁਲਾਮੀ ਕਰਨ ਦੀ ਥਾਂ ਤੂੰ ਪਰਮਾਤਮਾ ਦੀ ਗੁਲਾਮੀ ਕਰ ਲੈ। ਇਸੇ ਕਰਕੇ ਗੁਰੂ ਨੇ ਆਪਣੇ ਲਈ ਸ਼ਬਦ ਲਾਲਾ ਗੋਲਾ ਵੀ ਵਰਤਿਆ। ਮੁੱਲ ਖਰੀਦੀ, ਇਹ ਲਫ਼ਜ਼ ਚੇਂਜ ਨਹੀਂ ਕਰ ਦਿੱਤੇ। ਲਾਲਾ ਦਾ ਅਰਥ ਗੁਲਾਮ ਹੁੰਦਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਕਬੀਰ ਸਾਹਿਬ ਵਰਗਾ ਮਹਾਂਪੁਰਖ, ਉਹ ਕਹਿੰਦਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਪਰ ਆਪਣੇ ਆਪ ਨੂੰ ਗੁਲਾਮ ਕਹਿੰਦਾ। ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਂ। ਗੁਲਾਮ ਲਫ਼ਜ਼ ਬਦਲ ਕੇ ਰੱਖ ਦਿੱਤਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਜੀ ਨੇ ਇਹ ਜਿੰਨੇ ਸੰਸਾਰੀ ਡਰ ਸਨ ਬਾਦਸ਼ਾਹਾਂ ਦੇ, ਇਹਨਾਂ ਨੂੰ ਬਦਲ ਕੇ ਅਕਾਲ ਪੁਰਖ ਨਾਲ ਤੇ ਸਤਿਗੁਰੂ ਨਾਲ ਜੋੜ ਦਿੱਤਾ। ਜਿਵੇਂ ਇੱਕ ਪੌੜੀ ਪੜੀ ਜਾਂਦੀ ਹੈ ਦਰਬਾਰ ਸਾਹਿਬ ਅੰਦਰ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਮੈਂ ਆਉਣਾ ਪਾਤਸ਼ਾਹ ਤੇ ਸਾਹਿਬਜ਼ਾਦਾ, ਤੇ ਸਾਹਿਬਜ਼ਾਦਿਆਂ ਦੇ ਜਿਹੜੇ 4 ਨਾਮ ਨੇ, ਜਿਵੇਂ 5 ਪਿਆਰਿਆਂ ਦੇ ਨਾਮ ਸੱਚਮੁੱਚ ਸਿੱਖੀ ਦੇ ਸਿਧਾਂਤ ਦੀ ਵਿਆਖਿਆ ਕਰਦੇ ਨੇ, ਗੁਰੂ ਗੋਬਿੰਦ ਸਿੰਘ ਦੇ 4 ਪੁੱਤਰਾਂ ਦੇ ਨਾਮ ਵੀ ਦ੍ਰਿੜਤਾ ਦੀ ਵਿਆਖਿਆ ਕਰਦੇ ਨੇ। ਕਿਉਂਕਿ ਅੱਜ ਆਪਾਂ ਸ਼ਹੀਦੀ ਬਾਰੇ ਕੁਝ ਨਹੀਂ ਬੋਲਣਾ, ਕੱਲ ਨੂੰ ਅਰਜ਼ ਕਰਾਂਗਾ। ਹੁਣ ਇਹ ਜਿਹੜਾ ਸ਼ਬਦ ਪਾਤਸ਼ਾਹ ਹੈ, ਫਲਾਣੇ ਪਾਤਸ਼ਾਹ ਦਾ ਤਖਤ ਬੜਾ ਵੱਡਾ, ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਾਤੇ। ਤੇ ਸਾਰੇ ਲਫ਼ਜ਼ ਹੀ ਵਰਤੇ, ਚੰਦੋਆ ਵਰਤਿਆ, ਤਖਤ ਵਰਤਿਆ, ਨਿਹਚਲ ਛਤਰ ਵਰਤਿਆ। ਇਹਦਾ ਮਤਲਬ ਸੀ ਜਿਹੜੀ ਬੰਦੇ ਅੰਦਰ ਇਹ ਗੁਲਾਮੀ ਪਈ ਹੈ ਕਿ ਬਾਦਸ਼ਾਹ ਹੈ, ਇਹਦਾ ਰਾਜ ਹੈ, ਇਹਦਾ ਭਾਗ ਹੈ। ਮੈਂ ਕਿਸੇ ਨੂੰ ਕਟਾਕਸ਼ ਬਣਾ ਕੇ ਨਹੀਂ, ਪਰ ਮੈਂ ਇੱਕ ਬੇਨਤੀ ਪਹਿਲੇ ਦਿਨ ਮਾਡਲ ਟਾਊਨ ਵੀ ਕੀਤੀ, ਬੰਦੇ ਦੀ ਇਹ ਫਿਤਰਤ ਹੈ। ਸਾਡੇ ਪੰਜਾਬੀ ਜੀ ਕਹਿੰਦੇ ਆ ਕਿ ਤਪੋਂ ਰਾਜ ਤੇ ਰਾਜੋਂ ਨਰਕ, ਅਸੀਂ ਕਹਿੰਦੇ ਆ ਨਾ, ਇਹ ਪੰਜਾਬੀ ਸ਼ਬਦ ਵਰਤਨੇ। ਉਂਝ ਗੁਰੂ ਅਰਜਨ ਸਾਹਿਬ ਨੇ ਕਿਹਾ, ਦਾਨਕ ਪਰਾ ਪੂਰਬੇਨ ਪੁਚੰਤੇ ਮਹੀਪ ਤੇ, ਪੂਰਬਲੇ ਬੂਝੇ ਹੋਏ ਪੁੰਨ ਕਰਕੇ ਰਾਜ ਭਾਗ ਮਿਲਦੇ ਨੇ। ਜਦੋਂ ਬੰਦਾ ਰਾਜ ਪਦਵੀ ਤੇ ਬੈਠਦਾ ਹੈ, ਵਿਪਰੀਤ ਬੁੱਧਿਅੰਗ ਮਾਰਤ ਲੋਕੈ, ਬੁੱਧੀ ਭ੍ਰਸ਼ਟ ਹੋ ਜਾਂਦੀ ਹੈ, ਹੰਕਾਰੀ ਹੋ ਜਾਂਦਾ ਹੈ। ਬਾਣੀ ਦੇ ਬਚਨ ਨੇ ਕਿ ਦਾਨਕ ਪਰਾ ਪੂਰਬੇਨ ਪੁਚੰਤੇ ਮਹੀਪ ਤੇ, ਵਿਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁਖ ਭੋਗਤੇ। ਜਦੋਂ ਹੰਕਾਰੀ ਹੋ ਕੇ ਮਜ਼ਲੂਮਾਂ ਨੂੰ ਮਾਰਦਾ ਤੇ ਲੰਮਾ ਸਮਾਂ ਇਹਦਾ ਜਨਮ ਤੇ ਮਰਨ ਦਾ ਤਾਣਾ ਬਣ ਜਾਂਦਾ। ਸਤਿਗੁਰੂ ਨੇ ਤੇ ਸ਼ਬਦ ਦਿੱਤਾ ਕਿ ਪਹਿਲਾ ਪ੍ਰਮਾਤਮਾ ਲਈ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛਤ। ਪ੍ਰਮਾਤਮਾ ਨੂੰ ਕਿਹਾ ਜਿੱਥੇ ਗੁਰੂ ਸ਼ਬਦ ਨਹੀਂ ਆਇਆ। ਤੁਸੀਂ ਇੱਕ ਪਾਠ ਸਵੇਰੇ ਤੇ ਸ਼ਾਮ ਕਰਦੇ ਹੋ, ਥੋੜਾ ਜਿਹਾ ਪਾਠ ਭੇਜਦੇ, ਅਰਥ ਇੱਕੋ ਹੀ ਨੇ। ਸਵੇਰੇ ਪਾਠ ਕਰਨੇ ਆ, ਸੋ ਪਾਤਸ਼ਾਹ, ਸ਼ਾਹਾਂ ਪਾਤ ਸਾਹਿਬ, ਉੱਥੇ ਪਾਤ ਹੈ ਨਾ ਜਪਜੀ ਸਾਹਿਬ ਚ, ਅਰਥ ਇੱਕੋ ਹੀ ਨੇ। ਮੈਂ ਇਸ ਕਰਕੇ ਕਿਹਾ ਬਾਦਸ਼ਾਹ, ਪਾਤਸ਼ਾਹ ਤੇ ਪਾਤਸ਼ਾਹ ਤਿੰਨੇ ਲਫ਼ਜ਼ ਇਹਨਾਂ ਦੇ ਅਰਥ ਇੱਕੋ ਹੀ ਨੇ। ਮੈਂ ਪਾਤ ਦੇ ਅਰਥ ਕੀ, ਪਾਤ ਜਾਤ ਪਾਤ ਨਹੀਂ ਕਰਨਾ, ਇਹ ਅਰਥ ਹੋਰ ਹੋ ਜਾਣਗੇ। ਇੱਥੇ ਪਾਤ ਦਾ ਅਰਥ ਹੈ ਤਖਤ, ਤੇ ਸ਼ਾਹ ਦਾ ਅਰਥ ਹੈ ਤਖਤ ਦਾ ਮਾਲਕ। ਸੋ ਪਾਤਸ਼ਾਹ, ਜਿਹੜਾ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ, ਸੋ ਪਾਤਸ਼ਾਹ, ਸ਼ਾਹ ਪਾਤ ਸਾਹਿਬ। ਇਸ ਨੂੰ ਫਿਰ ਸੁਣਿਓ, ਉਹ ਪਾਤਸ਼ਾਹ ਤੇ ਜਿਹੜੇ ਸ਼ਾਹ ਆਪਣੇ ਆਪ ਨੂੰ ਕਹਾਂਦੇ ਨੇ, ਉਹਨਾਂ ਸ਼ਾਹਾਂ ਦਾ ਪਾਤ ਸਾਹਿਬ, ਸਾਹਿਬ ਦਾ ਅਰਥ ਹੈ ਮਾਲਕ। ਮੇਰਾ ਪਰਮਾਤਮਾ ਪਾਤਸ਼ਾਹ ਹੈ, ਸ਼ਾਹ ਦਾ ਵੀ ਸ਼ਾਹ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦਾ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਤੇਰੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ। ਤੁਸੀਂ ਰੋਜ਼ ਪੜ੍ਹਦੇ ਸੋ ਪਾਤਸ਼ਾਹ, ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ, ਉਹਦੇ ਰਜ਼ਾ ਚ ਰਹੋ। ਦੁਨੀਆ ਦੇ ਪਾਤਸ਼ਾਹ ਦੇ ਰਜ਼ਾ ਅੱਗੇ ਝੁਕਿਆ ਬੈਠਾ ਹੈ, ਉਸ ਪਾਤਸ਼ਾਹ ਦੀ ਰਜ਼ਾ ਮੰਨ, ਤੇ ਉਹਦਾ ਰਾਜ ਕੇਵਲ ਹਿੰਦੁਸਤਾਨ ਤੱਕ ਥੋੜਾ ਹੈ। ਇਹ ਤਾਂ ਬੰਦੇ ਦੀਆਂ ਬਣਾਈਆਂ ਦੀਵਾਰਾਂ ਨੇ। ਓਏ ਆ ਮੇਰਾ ਰਾਜ, ਆ ਤੇਰਾ ਰਾਜ। ਪੂਰਨ ਸਿੰਘ ਕਹਿੰਦਾ ਹੈ ਕਿ ਸਿੱਖ ਉਸ ਸਲਤਨਤ ਵਿੱਚ ਵਸਦਾ ਹੈ ਜਿਹਦੀ ਨਾ ਕੋਈ ਆਕਾਸ਼ ਦੀ ਖੱਦ ਹੁੰਦੀ ਹੈ, ਨਾ ਪਾਣੀ ਦੀ ਖੱਦ ਹੁੰਦੀ ਹੈ, ਤੇ ਨਾ ਧਰਾਤਲ ਦੀ ਖੱਦ ਹੁੰਦੀ ਹੈ। ਸੱਚਮੁੱਚ ਮੈਂ ਇੱਕ ਵਾਰੀ ਕਿਹਾ ਸੀ ਕਿ ਜਦੋਂ ਮਹਾਰਾਜ ਦਾ ਸੀ ਨਾ ਜੀ ਪੁਰਬ ਪਟਨਾ ਸਾਹਿਬ, ਉਹ ਤਕਰੀਬਨ ਸਾਰੇ ਬੋਲਦੇ ਸਨ ਹਿੰਦੁਸਤਾਨ ਕੇ ਰਾਸ਼ਟਰ ਕੇ ਨਿਰਮਾਤਾ, ਰਾਸ਼ਟਰ ਨਿਰਮਾਤਾ, ਜਾਂ ਰਾਸ਼ਟਰ ਨਾਲ ਜੋੜਦੇ ਨੇ ਵਾਰ-ਵਾਰ ਗੁਰੂ ਨੂੰ।
मैं एक बेनती करांगा, तुसी जमीन दे किसे भी खिते च बैठे हो, सरबत दा भला मंगो, पर गुरु नू कदी खिते नाल ना जोड़ियो, क्योंकि गुरु करोड़ां ब्रह्मंडां दा मालिक हुंदा है। तुसी ये कहो, एक सुल्तान नू तुसी जगीरदार कहो, ओदी इज्जत नहीं, ओदा अपमान है। तू सुल्तान कहा कौमियां तेरी कवन वढाई। मैं इस करके कहा, गुरु नानक साहब दी जोत नू पंजाब तक, हिंदुस्तान तक, खिमा करियो, बिल्कुल इत्थों तक सीमित ना रखियो। भाई गुरु अर्जुन देव कहंदा, गुरु नानक साहब दा शब्द वो सारी सृष्टि दा उद्धार करता है। बलियो चिराग अंधियार में सब कल उदरी, एक नाम धर्म प्रकट सकल हर भवन में। केवल तीन भवन नहीं, इत्थे तीन भी शब्द नहीं वरत्या, हर भवन में प्रगट सकल हर भवन में, जन नानक गुर पार ब्रह्म। मैं फिर बेनती करा, एक पातशाह क्या परमेश्वर ने, दूजा गुरु घर दे अंदर जी। मैं चमकौर साहब विचार आपां शुरू कीती सी कि गुरु नानक ने खलेमी राज चलाया है, सच दा राज चलाया है। तो मैं उस दिन भी कहा, जिवें हुण ज्ञानी जी अज कह भी रहे सन भी दिल्ली जो कुछ हो रहा है, सारा समाज उहदे नाल इकत्तर हो रहा है। तो मैं इमोशनल कर ली नहीं, एक गल जेहन विच रख के तुरियो सिखो, एवें नैगेटिव वैन ना पाई जाया करिए स्टेजां ते। सिख मर गए हो, सिख खत्म हो गए हो, असीं कोई नहीं जे रहना होए। सच्ची मुच्ची तकरीबन पौना पौना घंटा संगत नूं इन्नी क नैगेटिव एनर्जी देने आ, वो बाहर निकलते एक दूजे वाल तूड़ियां त्यूड़ियां वट्टी बैठे हुंदे। नहीं, मैं तुहानूं इक्को बेनती करांगा, आ साडे लुधियाने दे नेड़े आ कुपरहीड़े तुसीं जांदे हो, ढाडी साहब बैठे आ, पौनी कौम 35,000 कोई 32,000 कहंदा है ना, चलो गिनती दा ते कोई पता ही नहीं। तकरीबन पौनी कौम शब्द वरता, उस वड्डे घल्लू घारे च कतल किए गए, मार दिते गए, अपनी शब्दावली शहीद कह लीए। पर मैनू दसो कि वो इन्ना कुछ होने के बावजूद साडा इतिहास कहता है कि अबदाली दे कैंप सामने एक बेहोश होया बजुर्ग निहंग सिंह उठदा है, ओदे कैंप सामने खलो के कहंदा, अबदाली तू जश्न मना रहा है, अजे तत बाकी बचे गुरु गोबिंद सिंह दा, तू बाहर निकल, मैं तेरे नाल मुकाबला करना है। मैं इमोशनल करनी, कहंदा ये नहीं जे कदी खत्म होना। एवें प्लीज प्रचारक वीरां नूं भी एवें आपां ये राजनीति लोकां दियां कलाबाजियां हुंदियां ने, मर गए जी, खप गए जी। मैं कल गया, वो 5-5 साल के बच्चे ने जिहड़े बैठे ने, 5 साल का, अज तो 5-6 साल पहला इसी सारी जवानी खत्म हो गई जी। नहीं प्यारिओ, ये गुरु गोबिंद सिंह दे लालां दा खून पिया इन्हां दियां जड़ां दे विच, सच दा खून है। मैं फिर उस विषय नूं रख के कि गुरु साहब लई फिर एक शब्द चलिया, वो है पातशाह। गुरु नानक साहब नूं फकीर भी क्या, ते जदों गुरु ग्रंथ साहब दी बाणी पढ़ी ते सब तो पहला गुरु के रबाबियां ने जेड़े शब्द वरते, वो सारे पातशाही वाले वरते। वो शब्द है, होवै सिबत खसम दी, नूर अरसों कुरसों झटिया, तुद डिठे। सच्चे पातशाह आ गया गुरु ली उत्थे। पहला पातशाह परमात्मा लई, मैं आउणा पातशाह ते साहिबजादे, क्योंकि गुरु गोबिंद सिंह बादशाह भी क्या। ते एक बारी मैं अर्थ पढ़े ते किसी ने बाद दे अर्थ किते झगड़ा, भी बादशाह ते झगड़ालू हुंदे ने। जदों मैं फिर फारसी वेख्या, मैं कहा नहीं, बाद दा अर्थ उत्ते विवाद नहीं, ओदा अर्थ है सल्तनत, तखत, तखत दा मालक। होवे सिबत खसम दी, नूर अरसों कुरसों झटिया, तुद डिठे सच्चे पातशाह, मल जन्म जन्म दी कटिया। जदों उस दिन क्या गुरु अर्जुन देव दा रबाबियां ने जिक्र किया, उन्हें क्या तख्त बैठा अर्जुन गुरु सतगुरु का खिवै चंदोवा, ये शब्द वरते। पातशाह शब्द सिखा ने अपने सतगुरु लिए वरत्या। शायद ये लाहौर की घटना है कि सिखां दे सीने विच गुरु गोबिंद सिंह जी की की थां है। मैं पिछली बारी भी कहा सी, मैं अज इहनूं दौरान लगा, सरदार कपूर सिंह यूनीवर्सिटी बोलन गए, उन्होंने सबजैक्ट दिता गुरु गोबिंद सिंह दे जलाली रूप ते बोलना है, उन्हों का जाहो जलाल की है। ते कपूर सिंह उन्हें एक गल कही सी, बोलन तो पहला क्या तुसी मैनू रील वाला कैमरा दिता,
ਤੇ ਇਹ ਮੈਨੂੰ ਕਹਿ ਰਹੇ ਹੋ ਕੈਮਰਾ ਲੈ ਕੇ ਸੂਰਜ ਦੇ ਕੋਲ ਜਾ ਕੇ ਫੋਟੋ ਖਿੱਚ। ਕਹਿੰਦਾ ਜਿਵੇਂ ਕੈਮਰੇ ਨਾਲ ਸੂਰਜ ਦੀਆਂ ਫੋਟੋਆਂ ਨਹੀਂ ਖਿੱਚੀਆਂ ਜਾਂਦੀਆਂ, ਸਭ ਕੁਝ ਪਿਘਲ ਜਾਏਗਾ। ਗੁਰੂ ਗੋਬਿੰਦ ਸਿੰਘ ਦੇ ਜਲਾਲੀ ਰੂਪ ਦੀ ਕਿਸੇ ਸਮਰੱਥਾ ਨਹੀਂ ਕਿ ਉਹਦੇ ਜਲਾਲ ਨੂੰ ਕੋਈ ਦੁਨੀਆ ਦਾ ਇਨਸਾਨ ਬਿਆਨ ਕਰ ਸਕੇ, ਕੇਵਲ ਇਹ ਕਹਿਣ ਮਾਤਰ ਨਹੀਂ। ਫਿਰ ਸਤਿਗੁਰੂ ਲਈ ਸ਼ਬਦ ਇਹ ਆਇਆ ਪਾਤਸ਼ਾਹ। ਉਸ ਤੋਂ ਬਾਅਦ ਸਾਡੇ ਕੋਲ ਲਫ਼ਜ਼ ਆਇਆ ਸਾਹਿਬਜ਼ਾਦੇ। ਹਾਲਾਂ ਆਮ ਸਾਡੇ ਬੰਦੇ ਵੀ ਵਰਤ ਲੈਂਦੇ ਆ, ਜੀ ਇਹ ਮੇਰਾ ਸਾਹਿਬਜ਼ਾਦਾ, ਸਿੱਖ ਵੀ ਕਹਿੰਦੇ ਹੁੰਦੇ ਆ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਸਾਹਿਬਜ਼ਾਦਾ ਲਫ਼ਜ਼ ਸਿਰਫ ਤੇ ਸਿਰਫ ਸਿੱਖ 4 ਸਾਹਿਬਜ਼ਾਦਿਆਂ ਲਈ ਵਰਤੋ। ਇਸ ਤੋਂ ਪਹਿਲਾਂ ਗੁਰੂ ਪੁੱਤਰ ਸ਼ਬਦ ਵਰਤੀਂਦਾ ਰਿਹਾ, ਸਾਹਿਬਜ਼ਾਦਾ ਨਹੀਂ ਵਰਤਿਆ। ਗੁਰੂ ਨਾਨਕ ਸਾਹਿਬ ਦੇ ਬੇਟੇ ਬਾਬਾ ਸ੍ਰੀ ਚੰਦ ਜੀ ਨੇ, ਬਾਬਾ ਲਖਮੀ ਚੰਦ ਜੀ ਨੇ, ਮੈਂ ਅਦਬ ਨਾਲ ਸ਼ਬਦ ਵਰਤਾਂਗਾ ਸੀ, ਪੁੱਤਰੀ ਸ਼ਬਦ ਆਇਆ, ਗੁਰੂ ਪੁੱਤਰ ਕਹਿੰਦੇ। ਗੁਰੂ ਗੋਬਿੰਦ ਸਿੰਘ ਇਹ ਵੈਗੁਰੂ, ਗੁਰੂ ਅੰਗਦ ਸਾਹਿਬ ਦੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਚਲੋ ਸ਼ਬਦ ਵਿਗੜ ਗਏ ਕਿਉਂਕਿ ਲਫ਼ਜ਼ ਵਿਗਾੜ ਤੇ ਦਾਤ ਤੇ ਦਾਸ ਹੈ, ਬੜੇ ਸ਼ੁਕਰਾਨੇ ਦੇ ਸ਼ਬਦ ਨੇ ਦੋਵੇਂ। ਰੱਬ ਨੇ ਦਾਤ ਦਿੱਤੀ, ਰੱਬ ਦਾ ਦਾਸ ਹੈ ਮੇਰਾ ਪੁੱਤਰ, ਉਹ ਸ਼ਬਦ ਵਰਤ ਗਏ। ਪਰ ਅਸੀਂ ਸਾਹਿਬਜ਼ਾਦੇ ਤੇ ਨਹੀਂ ਕਹਿੰਦੇ ਨਾ, ਉੱਥੇ 4 ਕਹਿੰਦੇ ਆ। ਅਰਦਾਸ ਵਿੱਚ 5 ਪਿਆਰਿਆਂ 4 ਸਾਹਿਬਜ਼ਾਦਿਆਂ। ਉਸ ਤੋਂ ਬਾਅਦ ਗੁਰੂ ਅਮਰਦਾਸ ਦੇ ਬੇਟੇ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ। ਗੁਰੂ ਗ੍ਰੰਥ ਸਾਹਿਬ 'ਚ ਲਫ਼ਜ਼ ਸਾਹਿਬਜ਼ਾਦਾ ਨਹੀਂ ਆਇਆ, ਮੋਹਰੀ ਪੁੱਤ ਸਨਮੁਖ ਹੋਵਾ ਸਾਹਿਬਜ਼ਾਦਾ ਨਹੀਂ ਆਇਆ ਕਿ ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸਾਂ ਪੈਰੀ ਪਾਏ ਜੀਓ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਨੇ ਗੁਰੂ ਅਰਜੁਨ ਦੇ ਬਾਬਾ ਬਿਰਥੀ ਚੰਦ, ਬਾਬਾ ਮਹਾਦੇਵ। ਮੈਂ ਬੇਨਤੀ ਕਰਾਂ, ਗੁਰੂ ਪੁੱਤਰਾਂ ਦਾ ਸਤਿਕਾਰ ਹੈ, ਪਰ ਗੁਰੂ ਨੇ ਪੁੱਤਰਾਂ ਦੀ ਗੱਲ ਕਰਦਿਆਂ ਵੀ ਕਿਹਾ ਵੀ ਸਿਧਾਂਤ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ। ਸਿਧਾਂਤ ਦਾ ਅਰਥ ਮੈਂ ਕੇਵਲ ਬੋਧਕ ਨਹੀਂ ਕਰਾਂਗਾ, ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ। ਜਦੋਂ ਮਹਾਰਾਜ ਨੇ ਕਰਤਾਰਪੁਰ ਸਾਹਿਬ ਗੱਦੀ ਦਿੱਤੀ ਨਾ, ਇਹ ਬਾਬਾ ਲਹਿਣਾ ਜੀ ਨੂੰ ਥਾਪਿਆ, ਥਾਪਿਆ ਲਹਿਣਾ ਜੀਵਦਾ, ਗੁਰ ਆਈ ਸਿਰ ਛਤਰ ਫਰਾਇਆ, ਜਾਂ ਲਹਿਣੇ ਪਾਈ ਨਾਨਕੋਂ। ਉਸ ਵਕਤ ਮਾਤਾ ਸੁਲੱਖਣੀ ਨੇ ਜਿਹੜੇ ਬੋਲ ਕਹੇ, ਇਹਨੂੰ ਸਾਡੇ ਤਵਾਰੀਖ ਦੇ ਕਾਵਕ ਗ੍ਰੰਥਾਂ ਨੇ ਵੀ ਕਹੇ ਤੇ ਜਨਮ ਸਾਖੀਆਂ ਨੇ ਵੀ ਕਹੇ। ਥੋੜਾ ਜਿਹਾ ਮੇਰੀ ਬੇਨਤੀ ਹੈ ਜੀ। ਉਹਨਾਂ ਕਿਹਾ ਜੀ ਇਹ ਤੁਹਾਡੇ ਬੇਟੇ ਨੇ, ਪੁੱਤਰ ਨੇ, ਤੇ ਜਿਹੜੀ ਗੱਦੀ ਹੈ ਉਹ ਸੇਵਕ ਕੋਲ ਮਹਾਰਾਜ ਦੇ ਸ਼ਬਦ ਸੁਣਨ ਵਾਲੇ ਨੇ। ਕਹਿਣ ਲੱਗੇ ਇਹਨਾਂ ਨੂੰ ਅੰਨ ਦੀ, ਧਨ ਦੀ, ਪੈਸੇ ਦੀ ਕਮੀ ਨਹੀਂ ਰਹੇਗੀ, ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ। ਇਹ ਸ਼ਬਦ ਜਨਮ ਸਾਖੀ 'ਚ ਨਹੀਂ, ਉੱਥੇ ਲਿਖਿਆ ਗੁਰੂ ਕਿਆਂਦਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਅਜ਼ਮਤ ਹੁੰਦੀ ਏ। ਇਹਨਾਂ ਨੂੰ ਪੈਸੇ ਦੀ, ਦੌਲਤ ਦੀ ਕਮੀ ਕੋਈ ਨਹੀਂ ਰਹੇਗੀ, ਪਰ ਜਨਮ ਤਾਂ ਸੌਰੇਗਾ ਜੇ ਇਹ ਗੁਰੂ ਗੁਰੂ ਜਪਣਗੇ। ਇਸ ਨੂੰ ਫਿਰ ਗੁਰੂ ਨੇ ਬਾਣੀ 'ਚ ਕਿਹਾ, ਸੋ ਸਿੱਖ ਸਕਾ ਬੰਦ ਪਖੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਮੈਂ ਤਾਂ ਕਿਹਾ ਹੁਣ ਜਿਹੜਾ ਸਾਹਿਬਜ਼ਾਦਾ ਸ਼ਬਦ ਹੈ, ਇਹ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 4 ਲਾਲਾਂ ਲਈ ਵਰਤਿਆ ਗਿਆ। ਵਾਹ ਮੇਰੇ ਸਤਿਗੁਰੂ, ਤੁਸੀਂ ਸ਼ਬਦ ਕਿੰਨੇ ਕਮਾਲ ਦੇ ਆਪਣੇ ਬੱਚਿਆਂ ਦੇ, ਸਾਹਿਬਜ਼ਾਦਿਆਂ ਦੇ ਨਾਮ ਕੈਸੇ ਰੱਖੇ। ਉਂਝ ਸਾਡੇ ਸੱਜਣ ਜਦੋਂ ਵਿਆਖਿਆ ਕਰਨੇ ਆ, ਮੈਂ ਇੱਕ ਦਿਨ ਕਿਹਾ ਦਰਬਾਰ ਸਾਹਿਬ ਦੇ ਹਰਮੰਦਰ ਸਾਹਿਬ ਜਾਂ ਅੰਮ੍ਰਿਤਸਰ 5 ਸਰੋਵਰ ਨੇ, ਉਹ ਤਵਾਰੀਖ ਦੇ ਨਾਲ ਨਾਲ ਦੇਵੀ ਗੁਣਾਂ ਦੀ ਵਿਆਖਿਆ ਵੀ ਕਰਦੇ ਨੇ। ਸੰਤੋਖਸਰ, ਅੰਮ੍ਰਿਤਸਰ, ਰਾਮਸਰ, ਬਬੇਕਸਰ ਤੇ 5ਵਾਂ ਕੌਲਸਰ। 5 ਕਿਲੇ ਨੇ ਆਨੰਦਪੁਰ ਸਾਹਿਬ ਦੇ, ਇਹ ਵੀ ਅਧਿਆਤਮਕ ਵਿਆਖਿਆ ਰੱਖਦੇ ਆ। ਮੈਂ ਸ਼ਾਇਦ ਇੱਕ ਵਾਰੀ ਕਿਹਾ ਸੀ ਐਤਕੀ ਵੀ ਕੇਸਗੜ੍ਹ ਕਿਲਾ ਨਹੀਂ, ਆਪ ਸਭ ਨੂੰ ਪਤਾ ਹੈ ਕੇਸਗੜ੍ਹ ਕਿਲਾ ਨੂੰ ਕਿਹਾ ਜਾਂਦਾ, ਕੇਸਗੜ੍ਹ ਕਿਲਾ ਕੇਸਗੜ੍ਹ ਦੀ ਪਹਾੜੀ ਹੈ, ਆਨੰਦਗੜ੍ਹ ਕਿਲਾ ਹੈ, ਹੋਲਗਲ ਕਿਲਾ ਹੈ, ਤਾੜਾਗਲ, ਫਤਿਹਗੜ੍ਹ। ਪਰ ਕੇਸਗੜ੍ਹ ਤੇ ਆਨੰਦਗੜ੍ਹ ਇਹਦਾ ਬੜਾ ਸਬੰਧ ਹੈ ਆਪਸ 'ਚ। ਮੈਂ ਬੇਨਤੀ ਕਰਾਂ, ਜਿਸ ਕੇਸਗੜ੍ਹ ਕੇਵਲ ਉਸ ਆਨੰਦਪੁਰ 'ਚ ਨਹੀਂ, ਉਹ ਤਾਂ ਹੈ ਹੀ ਤਵਾਰੀਖੀ ਥਾਂ, ਤੇ ਕੇਵਲ ਉਹ ਕੇਸਗੜ੍ਹ ਜਿਹੜਾ ਹੈ ਕਿਸੇ ਦੁਨੀਆ ਦੇ ਬਾਦਸ਼ਾਹ ਦੇ ਗੜ੍ਹ ਵਰਗਾ ਗੜ੍ਹ ਨਹੀਂ, ਉੱਥੇ ਰੁਖਾਨੀਅਤ ਦੀ ਬਖਸ਼ਿਸ਼ ਵਰਦੀ ਹੈ। ਕੇਸਗੜ੍ਹ ਨਿਸ਼ਾਨ ਸਾਹਿਬ ਕਾਇਮ ਰਹੇ ਤੇ ਆਨੰਦਗੜ੍ਹ ਤੇ ਭਾਵੇਂ ਖਲ ਵੀ ਵਾਹ ਦਿੱਤੇ। ਆਨੰਦਪੁਰ ਪੂਰਾ ਉਜਾੜ ਦਿੱਤਾ ਸੀ, ਤੁਹਾਨੂੰ ਪਤਾ ਹੈ, ਬਾਅਦ ਵਿੱਚ ਆਨੰਦਪੁਰ ਦੇ ਖਲ ਵੀ ਵਗ ਗਏ। ਕੇਸਗੜ੍ਹ ਕਾਇਮ ਹੈ ਤੇ ਆਨੰਦਪੁਰ ਨੂੰ ਕਦੀ ਕੋਈ ਲੁੱਟ ਨਹੀਂ ਸਕਦਾ।
ਸਿੱਖੋ, ਜੇ ਤੁਹਾਡੇ ਸਿਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਦਾ ਜੂੜਾ ਕੇਸਗੜ੍ਹ ਹੈ ਤੇ ਤੁਹਾਡੇ ਅੰਦਰ ਦਾ ਆਨੰਦ ਕੋਈ ਜ਼ਾਲਮ ਵੀ ਲੁੱਟ ਨਹੀਂ ਸਕਦਾ। ਜਿਹਦਾ ਕੇਸਗੜ੍ਹ ਗਿਆ ਉਹਦਾ ਆਨੰਦਪੁਰ ਗਿਆ। ਮੈਂ ਗੁਰੂ ਮੇਰੇ ਤੋਂ ਕੁਰਬਾਨ ਜਾਵਾਂ, ਉਹਦਾ ਇੱਕ ਇੱਕ ਲਫ਼ਜ਼ ਸਾਨੂੰ ਰੋਕਦਾ, ਮੇਰੇ ਨਾਲ ਗੱਲ ਕਰੋ ਓਏ, ਓਪਰੀ ਗੱਲ ਕਰਕੇ ਨਾ ਨਿਕਲੋ। ਹਰ ਸਿੱਖ ਦੇ ਸਿਰ ਤੇ ਕੇਸਗੜ੍ਹ, ਹਰ ਸਿੱਖ ਦੇ ਸਿਰ ਦੇ ਉੱਤੇ ਜਦੋਂ ਦਮਾਲਾ ਸਜਾਂਦਾ ਉਹਦੇ ਉੱਤੇ ਨਿਸ਼ਾਨ ਝੁਲਦਾ ਹੁੰਦਾ ਹੈ, ਕੇਸਗੜ੍ਹ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਸਾਰੇ ਸਾਡੇ ਅਸੀਂ ਵਿਆਖਿਆ ਕਰਨੇ ਜੀ। ਪੰਜ ਗੁਣ ਨੇ, ਹਾਂਜੀ, ਦਇਆ, ਧਰਮ, ਹਿੰਮਤ, ਮੋਹਕਮ ਤੇ ਸਾਹਿਬ, ਇਹੀ ਨਾ ਜੀ ਪੰਜ ਪਿਆਰਿਆਂ ਦੇ ਨਾਂ। ਤੇ ਇਹ ਪੰਜੇ ਗੁਣ ਕਹਿੰਨੇ ਸਾਰੇ ਕਰਨੇ। ਤੇ ਸੱਚੀ ਮੁੱਚੀ ਬਾਣੀ ਮੁਤਾਬਕ ਧਰਮ ਪਹਿਲਾਂ ਨਹੀਂ ਆਉਂਦਾ, ਪਹਿਲਾਂ ਦਇਆ ਹੀ ਆਉਂਦੀ ਏ। ਜਿਸ ਧਰਮ ਵਿੱਚ ਦਇਆ ਨਹੀਂ, ਯਾਦ ਰੱਖਿਓ ਉਹਨੂੰ ਕਦੀ ਧਰਮ ਨਾ ਕਿਓ। ਉਹ ਚੰਗੇਜ਼ੀ ਹੈ, ਉਹ ਜ਼ਾਲਮਪੁਣਾ ਹੈ। ਜਦੋਂ ਅਸੀਂ ਵੇਖਨੇ ਆ ਸਾਡੇ ਧਰਮ ਦੀ ਗੱਲ ਕਰਦੇ ਆ, ਮੰਨ ਲਓ ਇੱਕ ਬੰਦਾ ਆ ਗਿਆ ਗੁਰਦੁਆਰੇ 'ਚ, ਮੈਂ ਖੁਦ ਵੇਖਿਆ ਗੁਰੂ ਰਾਮਦਾਸ ਦੇ ਪੁਰਬ ਤੇ ਕਥਾ ਕਰਦੇ ਆ, ਇੱਕ ਕੋਈ ਬਜ਼ੁਰਗ ਸੀ ਭਗਵੇ ਕੱਪੜਿਆਂ ਵਾਲਾ, ਕੋਈ ਅਨਮਤ ਦਾ, ਉਹਨੂੰ ਪਤਾ ਨਹੀਂ ਸੀ ਵਾਸ਼ਰੂਮ ਦਾ। ਮੈਨੂੰ ਬੜਾ ਦੁੱਖ ਲੱਗਾ। ਉਦੋਂ ਮੇਰੇ ਨਾਲ ਬੈਠੇ ਸੱਜਣ, ਉਹ ਵਿਚਾਰਾ ਰਾਤ ਨੂੰ ਹਨੇਰੇ ਇੱਕ ਨਾਲੀ ਦੇ ਕੋਲ ਉਹ ਵਾਸ਼ਰੂਮ ਲਈ ਬੈਠ ਗਿਆ ਤੇ ਲੰਘਦਿਆਂ ਬੰਦਿਆਂ ਨੇ ਉਹਦੇ ਪੈਰਾਂ ਤੇ ਪ੍ਰਾਣੀਆਂ ਮਾਰੀਆਂ। ਉਹ ਹੱਥ ਜੋੜ ਰਿਹਾ ਸੀ, ਮੈਨੂੰ ਪਤਾ ਨਹੀਂ, ਸਰਦਾਰ ਸਾਹਿਬ ਮੁਝ ਕੋ ਪਤਾ ਨਹੀਂ। ਮੈਂ ਵਡਿਆਈ ਨਹੀਂ ਕਰਦਾ, ਮੈਂ ਅੱਗੇ ਚਲਾ ਗਿਆ। ਮੈਂ ਕੀ ਹੋਇਆ? ਕਹਿੰਦਾ ਸਰਦਾਰ ਸਾਹਿਬ ਮੁਝ ਕੋ ਵਾਸ਼ਰੂਮ का पता नहीं। ਉਹ ਕਹਿੰਦੇ ਨੇ ਬੇਅਦਬੀ ਕੀਤੀ। ਮੈਂ ਕਹਿੰਦਾ ਨਹੀਂ, ਤੁਸੀਂ ਜਿਹੜੀਆਂ ਇਹਨੂੰ ਸੋਟੀਆਂ ਮਾਰੀਆਂ ਨੇ ਤੁਸੀਂ ਧਰਮੀ ਨਹੀਂ। ਦਇਆ ਮੂਲ ਹੈ, ਉਸ ਬੰਦੇ ਨੂੰ ਸਮਝ ਕੋਈ ਨਹੀਂ। ਤੇ ਆਪਾਂ ਆਪਣੇ ਆਪ ਨੂੰ ਧਰਮੀ ਦੱਸਣ ਲਈ ਦੂਜੇ ਤੇ ਜਦੋਂ ਜ਼ੁਲਮ ਕਰਨੇ, ਉਹ ਧਰਮ ਨਹੀਂ ਹੁੰਦਾ, ਉਹ ਅੰਦਰ ਦੀ ਕਾਇਰਤਾ ਹੁੰਦੀ ਹੈ। ਗੁੱਸਾ ਨਾ ਕਰਿਓ ਇਸ ਚੀਜ਼ ਦਾ। ਦਇਆ ਤੋਂ ਬਿਨਾ ਧਰਮ ਹੈ ਹੀ ਨਹੀਂ। ਇਸੇ ਕਰਕੇ ਗੁਰੂ ਨਾਨਕ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ, ਅਸੀਂ ਧਰਮ ਦੀ ਵਿਆਖਿਆ ਕਰਨੇ ਸੰਪਰਦਾ, ਸਿੱਖ ਧਰਮ, ਹਿੰਦੂ ਧਰਮ। ਉਹ ਗੁਰਮੁਖੋ, ਜਦੋਂ ਅਸੀਂ ਜੰਮੇ ਵੀ ਨਹੀਂ ਸਾਂ, ਸਿੱਖ ਧਰਮ ਵੀ ਨਹੀਂ ਸੀ ਹੋਇਆ, ਧਰਮ ਤਾਂ ਉਦੋਂ ਵੀ ਸੀ। ਧਰਮ ਤੋਂ ਬਿਨਾ ਤਾਂ ਕੁਝ ਰਹਿ ਹੀ ਨਹੀਂ ਸਕਦਾ। गुरु जी ने कहा धौल धर्म दया का पूत। दया मां है, धर्म पुत्र है। कभी मां तो बिना पुत्र हुंदा देखिया? जे मां तो बिना पुत्र नहीं, चेते रखो, जिस संप्रदा विच कट्टरता आ जाए, अज्ञानता आ जाए, जुल्मी हो जान, वो धर्म नहीं हुंदा। सिर्फ वो धर्म दे बुरके दे थल्ले एक पाप दी जंज हुंदी है। गुरु जी ने कहा असीं कहने दया है, दया चो धर्म है। ते धर्म कदी आलसपुणा नहीं सिखांदा। धर्म हिम्मत दिंदा है। धर्म अगां को तरांग दसदा है। धर्म कहंदा आखिरी सवास तक भी आस रखी कि शायद आखिरी सवास ते भी तेनू कामयाबी मिले। धर्म कदी हिम्मत नहीं डिगन देंदा। आ जो कोई तुसी अज मना रहे हो, धर्म हिम्मत सी। ते अज जिहड़े सज्जन बैठे ने, ज्ञानी जी ने कहा, मैं भी उस दिन कहा कि याद रखो, ये गुरु दा वरतारा है। जिस दिन साहिबजादे इत्थे रात शरीर पै रहे, मैं कल गल करांगा, आप सब नूं पता रात बॉडी पई रही इत्थे, तन पै रहे। वेखण वाले ते कहंदे होणगे गुरु गोबिंद सिंह दे पुत्रां दे शरीर बाहर पए आ, पर किसे नूं पता नहीं कि आ सिर्फ 4-5 साल लंघन दी देर। चेते रखियो, जिथे शरीर पए ते फतेहगढ़ दा निशान झुलेगा। ये क्यों? इहदा कारण है कि गुरु ने जेड़ी स्पीट बाणी ते निश्चय च भर दित्ती है, ओहदा मुकाबला ना कदी फौजां कर सकदियां, ना कदी बहु गिनती कर सकदी। दृढ़ इरादे बड़ी वड्डी चीज हुंदे आ। इसे करके गुरु कहंदा सिखां नूं भरोसा दान ते विसाह दान। मैं आप नूं फिर बेनती कर लगा, विषय तो दूर नहीं जावांगा, मैनूं पता सिंघा जाना भी है, थोड़े जे अर्थ करके। दया है, धर्म है। धर्म कदी भी आलसपुणा, धर्म हिम्मत देंदा है, उद्यम करे भलके प्रभाती। धर्म कहंदा कोई गल नहीं, मेरा गुरु नाल है। जदों ये तीन गल्लां, मोहकम, मोहकम दा अर्थ पक्का, पीढ़ा, दृढ़, दया होवे, धर्म होवे, नाल तीजा गुण हिम्मत होवे, मोहकम होवे। जेड़ी साहिबी लई लोक तरले मारदे आ, मेरा गुरु कहंदा सच एवे 4 गुण हो जाण ते तैनूं मैं साहिब बना दिया। चलो ये 5 गुण हो गए जी, दया, धर्म
ਹਿੰਮਤ, ਮੋਹਕਮ ਸਾਹਿਬ, ਇਹ 5 ਗੁਣ ਨੇ। ਮੇਰੇ ਮਨ 'ਚ ਅੱਜ ਆਇਆ, ਬਾਬਾ ਜੀ ਤੁਸੀਂ ਨਾਮ ਰੱਖਿਆ ਅਜੀਤ ਸਿੰਘ, ਤੁਸੀਂ ਨਾਮ ਰੱਖਿਆ ਜੁਝਾਰ ਸਿੰਘ, ਇੱਕ ਤੁਸੀਂ ਫਾਰਸੀ ਚੋਂ ਲਿਆ ਜੋਰਾਵਰ ਸਿੰਘ, ਤੇ ਛੋਟੇ ਦਾ ਨਾਮ ਰੱਖਿਆ ਫਤਿਹ, ਕਿਉਂਕਿ ਫਤਿਹ ਅਖੀਰ ਤੇ ਆਉਂਦੀ, ਸੰਘਰਸ਼ ਤੋਂ ਬਾਅਦ ਫਤਿਹ ਆਉਂਦੀ ਹੈ। ਇਹ 4 ਨਾਮ ਮਹਾਰਾਜ ਨੇ ਜਿਹੜੇ ਦਿੱਤੇ। ਹੁਣ ਜਿਹੜੇ ਸਾਡੇ ਨਾਂ ਨੇ ਨਾ ਜੀ, ਮੈਂ ਜੇ ਮੈਨੂੰ ਆਪ ਸੁਣਦੇ ਹੋ ਲਾਈਵ ਵੀ ਕਿਸੇ ਕੋਲ ਹੋਵੇ ਜ਼ਰੂਰ ਦੱਸਿਓ। ਆ ਜਿਹੜੇ ਇੰਦਰ ਨਾਂ ਸਾਡੇ ਨਾਲ ਹੁੰਦੇ ਨੇ, ਮੇਰਾ ਨਾਮ ਹੀ ਇੰਦਰ ਨਾਲ ਜੁੜਦਾ, ਇਹ ਸਿੱਖਾਂ 'ਚ ਨਹੀਂ ਮੈਂ ਪਹਿਲਾਂ ਦੇਖੇ। ਇਹ ਆਉਂਦੇ ਆ ਰਾਜਪੂਤਾਂ ਰਾਹੀਂ, ਸਿੱਖਾਂ 'ਚ ਇੰਦਰ ਸ਼ਬਦ ਨਹੀਂ ਪਹਿਲਾਂ ਆਇਆ। ਮੈਂ ਸ਼ਾਇਦ ਭੁੱਲਾਂ ਨਾ, ਮੈਂ ਜਦੋਂ ਪਿਛਲੇ ਵੇਖਣਾ ਵਾ ਸਾਰੇ ਸਿੰਘਾਂ ਦੇ ਨਾਂ ਉਹ ਇਸ ਤਰ੍ਹਾਂ ਨਹੀਂ ਮਿਲਦੇ। ਹੁਣ ਗੁਰੂ ਸਾਹਿਬ ਜੀ ਦਾ ਪਹਿਲਾ ਵੱਡਾ ਸਾਹਿਬਜ਼ਾਦਾ ਜਿਹਨੂੰ ਮਾਤਾ ਸੁੰਦਰੀ ਜੀ ਨੇ ਜਨਮ ਦਿੱਤਾ ਤੇ ਪੌਂਟਾ ਸਾਹਿਬ ਦੀ ਧਰਤੀ ਤੇ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਭੰਗਾਣੀ ਦਾ ਪਹਿਲੀ ਯੁੱਧ ਜੰਗ ਜਿੱਤ ਕੇ ਆਇਆ, ਪਹਿਲੀ ਜੰਗ ਜਿੱਤੀ। ਉੱਥੇ ਵੀ ਯਾਦ ਰੱਖਿਓ, ਮੈਂ ਕੱਲ ਇਹ ਗੱਲ ਕਹੀ ਸੀ, ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ, ਪਰ ਸਿੱਖੋ ਇਸ ਗੱਲ ਨੂੰ ਭੁੱਲਿਓ ਨਾ। ਮੈਂ ਰਿਪੀਟ ਕਰ ਲੱਗਾ, ਤੱਤੀ ਤਵੀ ਤੇ ਗੁਰੂ ਅਰਜਨ ਦੇ ਬੈਠਦਾ, ਚੰਦੂ ਦੇ ਨਾਲ ਮੁਰਤਜ਼ਾ ਖਾਂ ਦੋਨੋਂ ਖਲੋਤੇ ਆ। ਤੁਸੀਂ ਕਿਸੇ ਦੇ ਹੱਥ ਦੀਆਂ ਨਾ ਖੇਡਿਓ, ਨਾ ਇੱਧਰ ਵਾਲੇ ਦੇ ਨਾ ਉਧਰ ਵਾਲੇ ਦੇ, ਤੁਹਾਡਾ ਕੋਈ ਵੀ ਨਹੀਂ। ਇੱਥੇ ਸਾਹਿਬਜ਼ਾਦੇ ਨੇ ਤੇ ਆਪਾਂ ਦੇਖਨੇ ਹਾਂ ਵਜ਼ੀਦ ਖਾਂ ਦੇ ਨਾਲ ਸੁੱਚਾਨੰਦ ਕੁਰਸੀ ਡਾ ਕੇ ਖਲੋਤਾ। ਕਮਿਊਨਿਟੀ ਕਦੀ ਕੋਈ ਮਾੜੀ ਨਹੀਂ ਹੁੰਦੀ। ਟੋਡਰ ਮੱਲ ਵੀ ਕਹੇ ਇੱਥੇ, ਉਹ ਲక్ష్ਮੀ ਬਾਹਮਣੀ ਵੀ ਹੈ ਜਿੱਥੇ ਤੁਸੀਂ ਦੀਵਾਨ ਕਰਦੇ ਹੋ, ਜਿਹੜੀ ਰੋਟੀ ਪਕਾਉਂਦੀ। ਗੁਰੂ ਗੋਬਿੰਦ ਸਿੰਘ ਭੰਗਾਣੀ ਦਾ ਯੁੱਧ ਲੜਦਾ ਤੇ ਦੋਨੋਂ ਆਏ ਨੇ, ਪਹਾੜੀਏ ਵੀ ਆਏ ਨੇ ਤੇ ਉਹ ਜਿਹੜੇ ਪਠਾਨ ਸਨ ਉਹ ਵੀ ਆ ਗਏ, ਜਿਹੜੇ ਚਲੇ ਗਏ ਸਨ। ਮਹਾਰਾਜ ਜਿੱਤ ਕੇ ਆਉਂਦੇ ਆ ਤੇ ਜਦੋਂ ਘਰ ਪੁੱਤਰ ਦਾ ਜਨਮ ਹੁੰਦਾ ਹੈ ਤੇ ਗੁਰੂ ਸਾਹਿਬ ਆਪਣੇ ਬੇਟੇ ਦਾ ਨਾਮ ਰੱਖਦੇ ਆ ਅਜੀਤ ਸਿੰਘ। ਅਜੀਤ ਸ਼ਬਦ, ਅਜਿੱਤ ਸ਼ਬਦ, ਇਹ ਚਾਰੇ ਸ਼ਬਦ ਇੰਨੇ ਜ਼ਬਰਦਸਤ ਨੇ, ਇੰਨੇ ਕ੍ਰਾਂਤੀਕਾਰੀ ਨੇ। ਹੁਣ ਤਾਂ ਸਾਡੇ ਬੰਦੇ ਬੋਲੇ ਸਾਰੇ ਭੁੱਲ ਗਏ। ਨਿਹੰਗ ਸਿੰਘ ਅਜੇ ਕਾਇਮ ਕਰੀ ਬੈਠਿਆ ਬੋਲੇ, ਇਹ ਬੋਲੇ ਭੁੱਲ ਗਏ ਸੀ। ਹੁਣ ਅਜੀਤ ਤੇ ਗੁਰੂ ਸਾਹਿਬ ਨੇ ਜਿੱਤਣ ਤੋਂ ਬਾਅਦ ਜਿਹੜੀ ਰਚਨਾ ਕੀਤੀ ਕਿ ਜਬੈ ਬਾਣ ਲਾਗਿਓ ਤਬੈ ਰੋਸ ਲਾਗਿਓ, ਕਰੰਗ ਲੈ ਕਮਾਨ ਗਹਣਗ ਬਾਣ ਤਾਣਗ, ਸਭੈ ਵੀਰ ਧਾਏ ਸਰੋਗੰਗ ਚਲਾਏ। ਉਹਦੇ ਅਖੀਰ ਚ ਕਹਿੰਦੇ ਆ ਖਰੀ ਚੰਦ ਮਾਰੇ ਸੋ ਜੋਧਾ ਲਤਾਰੇ। ਅਖੀਰ ਤੇ ਕਹਿੰਦੇ ਆ ਕਿ परमात्मा तेरी किरपा हुई भई जीत मेरी किरपा काल केरी। घर आए ते नाम रखिया अजीत। अजीत दा लफ्जी अर्थ है अजित, अपराजित। लफ्ज हिंदी दा वरत लईए अपराजित, जिन्हों कोई पराजित कर ही नहीं सकता। सीधे पंजाबी शब्द जिन्हों कोई हरा ही नहीं सकता। नाम किन्ने कमाल दा रखिया अजीत सिंह। शब्द वरता चलो अजीत नाम रखिया, एडा वड्डा नाम दे दिता। सिखो ये 4 साहिबजादियां दे नाम साडी रहिंदी दुनिया तक वाही करनगे कि कोई नहीं जम्मिया मेरे पुत्र नूं अंदर ते बाहरों हरा सके। अंदरों इनू वासना नहीं हरा सकेगी, बाहरों इनू दुश्मन नहीं हरा सकेगा। जोरे तेग विच ये अल्लाह यारखां जोगी दा नहीं, ये जोरे तेग दा शेर है। जदों साहिबजादे दी गल करने, नाम का अजीत हूं जीता ना जाऊंगा, जीता तो खैर हार के जीता ना आऊंगा। अजीत सिंह रखिया। बाबा अजीत सिंह ने जंगा लड़ियां जिते, अखीर चमकौर दी गड़ी शहादत दा जाम पीता। अजित सूरमे ने सीने विच वजियां उन्हां दे तीर। दूसरे पुत्र दा नाम रखिया जुझार। जुझार दे अर्थ की ने? अजीत जिन्हों कोई जित ना सके, ते जुझार दा अर्थ है जूझण वाला, युद्ध करने वाला। प्यारिओ जेड़ा जुझारू होवेगा वो अजित जरूर होवेगा। जेड़ा जुझारू नहीं, जिन्हें जूझना ही कोई नहीं, उन्हें जित के की आउणा। अजित वो है जेड़ा जुझार है। चेते रखियो उन्हें इस तरह अर्थ करिए। अजित अजीत सिंह, जुझार दा अर्थ है युद्ध करने वाला, जूझण वाला। ते तीसरे साहिबजादे दा नाम रखिया जोरावर सिंह। ये 2 शब्द ने, जोर, जोर आवर। ये जे संधि छेद करांगे जोरावर, ये जोरावर है, जोरावर ने जजे थले बिंदी है जोरावर। जोर आवर, आवर अर्थ है वाला। जोरावर दा अर्थ है ताकत वाला, जोर वाला, शक्ति वाला।
क्या कमाल कर दी। अजीत होवेगा ते ओहदे च गुण होना चाहिए जूझण दा, जुझारू होवे ते अगली गल जोरावर, एवें कमजोर ना होवे, ओहदे कल लड़न वाली शक्ति भी रखदा होवे। फिर बेनती, अजीत जिन्हों जिते ना, जुझार जूझण वाला, जोरावर दा अर्थ करांगे ताकत वाला। प्यारिओ जेड़ा जोरावर भी है, जेड़ा जुझार भी है, वो अजीत है, ते जेड़ा अजीत है फतेह ओहदे पैर चुमदी हुंदी है। पर इत्थे अर्थ गुरु जी ने दिता, फतेह सिंह नां रखिया बाबा जी दा, जिन्हां दा असीं अज जन्म दिहाड़ा मना रहे हैं। फतेह दा अर्थ हुंदा कामयाबी, फतेह दा अर्थ हुंदा अपनी मंजिल ते पहुंच जाना। फतेह दा अर्थ हुंदा है कि सचमुच अंदर बाहर नूं अपने पूरे गिरफ्त विच लै लेना। सन्मानयोग बाबा फतेह सिंह जी दा जन्म आनंदपुर साहिब दी धरती ते होया। थोड़ा जिहा आप जी मैं बेनती करके समाप्ति करांगा। सन्मानयोग माता सुंदरी जी दी कुख चों बाबा अजीत सिंह जी दा जन्म होया। सन्मानयोग माता जीतो जी दी कुख चों बाबा जुझार सिंह जी, बाबा जोरा, ये श्रोमणी कमेटी ने छापिया इस तरह, बाबा जुझार सिंह जी, बाबा जोरावर सिंह जी ते बाबा फतेह सिंह जी दा जन्म हुंदा है। बाबा फतेह सिंह जी, उन्होंने अपनी मां मात जीतो दी गोद सिर्फ तकरीबन 1 साल ते 10 महीने मां दी गोद मानी है, क्योंकि माता जीतो जी अकाल चलाना कर गए। बाबा फतेह सिंह जी मैं 1 साल 10 महीने के, पौने 2 साल कहते, चलो वही शब्द बन गए। 1 साल ते 10 महीने मां दी गोद मानी, माता जीतो जी चलाना कर गए। उस तो बाद सन्मानयोग माता गुजरी जी ने अपने पोते की परवरिश करनी शुरू की। सीतल साहब लिखते ने, थोड़ी जी मैं बेनती कर ली, कहते जदों माता जीतो जी का संस्कार करके आए तो आखिर पौने 2 साल का बच्चा अपनी मां नूं लभेगा नहीं। पौने 2 साल का बीबियां बैठियां ने, पौने 2 साल का बच्चा कभी मंजे तो मां परां करदी गोदी तो, ते हुण तां नहीं, पहला मैनूं पता है अपने पिंडां 3-3 साल 2.5 साल के बच्चे दुध पींदे सन मां दा। कहते संस्कार करके आए ने ते मात गुजरी ने अपने पोते नूं अपने नाल सवाया। रात नूं कई बारी उठदे ने, मां नूं लभदे ने। उत्थे फिर शीतल साहब लिखते हैं, जदों मां नूं लभदे ने ते माता गुजरी जी रूं दी पूणी बना के, बत्ती बना के दुध विच भेज के बाबा फतेह सिंह नूं दुध पिआंदी है। गुरु गोबिंद सिंह बहुत प्यार करते हैं इस बच्चे, वैसे तो सारिਆਂ ਨੂੰ। एक बेनती होर, ਇਹਦਾ जिक्र ये भाई कान सिंह नाभा ने किया, वैसे रवायत है, पद्म साहब ने भी लिखे, प्यारा सिंह उन्होंने, डॉक्टर नेकी ने भी लिखे है, विद्वाना कई लिखे कि बाबा फतेह सिंह बहुत लाड करते हैं बाकी भरा भी। एक दिन की होया कि सारे साहिबजादे खेड रहे हैं, तो मैं रवायत शब्द वरत्या, परंपरा वरत्या, क्या जाता है। सारे साहिबजादे खेड रहे हैं, ये पहली बारी मर्ज भी की सी। ते बाबा फतेह सिंह जी छोटे ने सब तो, माता जीतो जी चलाना कर चुके ने। आए कह लगे मैं भी खेडना। ते साहिबजादा जी वड्डे, उन्होंने की किया, कुछड़ चुक लिया बाबा अजीत सिंह उन्होंने। चलो वड्डिया ने कह लगे तू अजे छोटा है, ते तू कद वेख अपना, तू छोटा है, तू ना साडे नाल खेड। इतिहास कहंदा अंदर चले गए ते उन्होंने कुछ हजूर दी दस्तार कहंदे, अंदर 1 दस्तार बनी, 2 बनी, 3 बनियां, उत्ते फरला। जदों एडी वड्डी दस्तार सजा ली, दमाला सजाया, ते कड़कदी आवाज कहंदे देखो मेरे नाल खलो के देखो, मैं भी वड्डा हो गया वां। गुरु गोबिंद सिंह जी आए ते मोढियां तो पकड़ लियो ने। महाराज ने देखा जदों पुत्र कह रहे मैं वड्डा हो गया, ते गुरु गोबिंद सिंह आए, पकड़ के सीने न लाया ते कुछड़ चुक के कहंदे ने कौन कहंदा है मेरा फतेह छोटा है, तू छोटा नहीं, तू तां साडा बाबा है। सन्मान दिता, तू वड्डा है, तू छोटा नहीं, तू वड्डा है। सचमुच इस उम्र विच बाबा जी ने बड़ा वड्डा कर। उस दिन भाई साहब 5 सिंह, भाई उदय सिंह,
ਭਾਈ ਟਹਿਲ ਸਿੰਘ, ਮੈਂ ਨਾਮ ਦੱਸ ਦੇਣਾ, ਭਾਈ ਉਦੈ ਸਿੰਘ, ਭਾਈ ਟਹਿਲ ਸਿੰਘ, ਆਪਣੇ ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ ਤੇ ਭਾਈ ਸੁਲੱਖਣ ਸਿੰਘ, 5 ਸਿੰਘਾਂ ਨੂੰ ਭਰੇ ਦਰਬਾਰ 'ਚ ਖੜਿਆ ਕੀਤਾ। ਨੀਲੇ ਵਸਤਰ ਬਿਠਾ ਪਾ ਕੇ ਉਹਨਾਂ ਨੂੰ ਬਾਬਾ ਫਤਿਹ ਸਿੰਘ ਦੀ ਤਾਬਿਆ ਬਿਠਾਇਆ। ਨਿਹੰਗ ਸਿੰਘ ਮੰਨਦੇ ਆ, ਕਹਿਣ ਲੱਗੇ ਪੁੱਤ ਤੇਰਾ ਵੀ ਇੱਕ ਪੰਥ, ਇਸ ਪੰਥ 'ਚ ਵੱਖ ਨਹੀਂ ਕਰਨਾ, ਤੇਰਾ ਪੰਥ ਹੋਵੇਗਾ, ਕਿਸੇ ਅੱਗੇ ਝੁਕੇਗਾ ਨਹੀਂ, ਕਿਸੇ ਦੀ ਕਾਨ ਨਹੀਂ ਮੰਨੇਗਾ, ਮੌਤ ਨੂੰ ਮਖੌਲ ਕਰੇਗਾ। ਪਿਆਰਿਓ, ਜਿਹਨੂੰ ਛੋਟਾ ਕਹਿੰਦੇ ਸਨ, ਆ ਨਿਹੰਗ ਸਿੰਘ ਜਿਹੜਾ ਫਰਰਾ ਛੱਡਦੇ ਨੇ ਬਾਬਾ ਫਤਿਹ ਸਿੰਘ ਦਾ ਦਿੱਤਾ ਹੋਇਆ ਹੈ। ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ, ਉਸ ਧੰਨ ਧੰਨ ਬਾਬਾ ਫਤਿਹ ਸਿੰਘ ਜਿਨ੍ਹਾਂ ਦਾ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ, ਫਿਰ ਇਹ ਲਫ਼ਜ਼ ਇੰਨਾ ਸਿੱਖਾਂ 'ਚ ਵਰਤਿਆ ਗਿਆ। ਮੈਂ ਕਹਿੰਦਾ ਗੁਰੂ ਸਾਹਿਬ ਜੀ ਤੁਸੀਂ ਫਤਿਹ ਦਿੱਤਾ, ਆਖਰੀ ਸ਼ਬਦ ਸਾਨੂੰ, ਆ ਫਤਿਹਗੜ੍ਹ ਬਣਾਇਆ ਬੰਦਾ ਸਿੰਘ ਬਹਾਦਰ ਜੀ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਸਾਡਾ ਫਤਿਹਗੜ੍ਹ ਹੈ, ਸਾਡੀ ਵਾਹਿਗੁਰੂ ਜੀ ਕੀ ਫਤਿਹ ਹੈ, ਸਾਡੀ ਦੇਗ ਤੇਗ ਫਤਿਹ ਹੈ। ਕਿੰਨੇ ਕੁਲਫੇ ਤੁਸੀਂ ਫਤਿਹ ਨਾਲ ਜੋੜ ਲੋਗੇ? ਹਰ ਮੈਦਾਨ ਫਤਿਹ ਹੈ। ਮੈਂ ਕਹਿੰਦਾ ਜਦੋਂ ਫਤਿਹ ਸ਼ਬਦ ਵਰਤਣਾ ਵਾ, ਵਾਹਿਗੁਰੂ ਜੀ ਕੀ ਫਤਿਹ, ਹਰ ਮੈਦਾਨ ਫਤਿਹ, ਦੇਗ ਤੇਗ ਫਤਿਹ। ਉਸ ਵਕਤ ਗੁਰੂ ਗੋਬਿੰਦ ਸਿੰਘ ਦਾ 7 ਸਾਲ ਦਾ ਪੁੱਤਰ ਨੀਆਂ ਵਿੱਚ ਖਲੋਤਾ ਸਾਹਮਣੇ ਦਿਸਦਾ, ਫਤਿਹ ਉਹਦੇ ਕਰਕੇ ਮਿਲਦੀ ਪਈ। ਐਸੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਆਪ ਨੂੰ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ। ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਭਾਈ ਸਾਹਿਬ ਨੇ ਸ਼ਬਦ ਪੜਿਆ, ਗੁੱਜੀ ਛੰਨੀ ਨਾ ਹੀ ਬਾਤ। ਗੁੱਜੀ ਛੰਨੀ ਦਾ ਅਰਥ ਹੁੰਦਾ ਗੱਲ ਲੁਕੀ ਛਪੀ ਨਹੀਂ, ਇਹ ਲੁਕੀ ਨਹੀਂ, ਇਹ ਸਭ 'ਚ ਪ੍ਰਗਟ ਹੈ। ਗੁਰੂ ਨਾਨਕ ਤੁਠਾ ਕਿੰਨੀ ਦਾ, ਇੱਥੇ ਗੁਰੂ ਨਾਨਕ ਦਾ ਅਰਥ ਗੁਰੂ ਨਾਨਕ ਹੈ। ਗੁਰੂ ਨਾਨਕ ਸਾਹਿਬ ਤਰੁੱਠੇ, ਉਹਨਾਂ ਨੇ ਦਾਤ ਦਿੱਤੀ। ਪਿਆਰਿਓ, ਆਓ ਐਸੇ ਮਹਾਨ ਸ਼ਹੀਦਾਂ ਨੂੰ, ਜਿਵੇਂ ਭਾਈ ਸਾਹਿਬ ਵੀ ਕਹਿ ਕੇ ਗਿਆ 25 ਦਸੰਬਰ, ਤੇ ਮੈਂ ਫਿਰ ਬੇਨਤੀ ਕਰਾਂਗਾ, ਵਖਰੇਵਾਂ ਨਹੀਂ ਪਰ ਨਿਆਰਾਪਨ ਨਹੀਂ ਗਵਾਉਣਾ ਚਾਹੀਦਾ। ਜਿਹੜਾ ਕ੍ਰਿਸਮਸ ਡੇ ਕਹਿੰਦੇ ਆ, ਤੇ ਕਦੀ ਤੁਸੀਂ ਦੇਖਿਓ, ਮੈਂ ਇਹ ਕਿਸੇ ਕਮਿਊਨਿਟੀ ਦਾ ਵਿਰੋਧੀ ਨਹੀਂ, ਪਰ ਜੇ ਅਗਲਾ ਆਪਣੀ ਗੱਲ ਕਰਦਾ, ਉਹ ਸਾਡੇ ਨਿਆਣੇ ਥੱਲੇ ਕਿਤਾਬ ਡਿੱਗ ਪਏ ਨਾ ਸਿੱਖਾਂ ਦੇ, ਅੰਜ ਕਰਦੇ ਆ, ਕਰਦੇ ਨੇ ਨਾ ਜੀ। ਇਹ ਕਿਉਂ ਕਰਦੇ ਆ? ਇਹ ਕਰਾਸ ਬਣਾਉਂਦੇ ਆ, ਇਹ ਕਰਾਸ ਬਣਾਇਆ। ਟਾਈ, ਜਿਹੜੇ ਹਰਭਜਨ ਸਿੰਘ ਜੋਗੀ ਬੜਾ ਕਲਪਦਾ ਹੁੰਦਾ ਸੀ, ਉਹ ਕਹਿੰਦਾ ਟਾਈ ਪਾ ਕੇ ਤੁਸੀਂ ਬੈਠੇ ਹੋ, ਤੁਹਾਡੇ ਗਲ ਗਲ 'ਚ ਕਰਾਸ ਪਾ ਦਿੱਤਾ ਉਹਨਾਂ ਨੇ। ਕਿਰਪਾਨ ਪਾਣ ਤੋਂ ਭੱਜਦਾ ਤੇ ਟਾਈ ਵੱਡੀ ਲਾ ਕੇ ਤੁਰਿਆ ਫਿਰਦਾ। ਆਪਾਂ, ਮੇਰੀ ਬੇਨਤੀ ਹੈ ਕਿ ਸਿੱਖੀ ਦੀ ਜਿਹੜੀ ਦਾਤ ਹੈ ਗੁਰੂ ਗੋਬਿੰਦ ਸਿੰਘ ਜੀ ਦੀ, ਅੰਮ੍ਰਿਤਧਾਰੀ ਹੋਈਏ, ਜਿਨ੍ਹਾਂ ਅੰਮ੍ਰਿਤਪਾਨ ਨਹੀਂ ਕੀਤਾ, ਸਭਾ ਤੇ ਅੰਮ੍ਰਿਤ ਛਕਾਇਆ ਜਾਣਾ। ਤੇ ਇੱਕ ਬੇਨਤੀ ਉਹਨਾਂ ਲਈ ਸਾਰੇ ਅਰਦਾਸ ਕਰੋ, ਸੱਚੇ ਪਾਤਸ਼ਾਹ, ਇਹ ਨਹੀਂ ਪਤਾ ਕਿਹਦੀ ਸੰਪਰਦਾ। ਮੈਂ ਤੇ ਸੱਚੀ ਮੁੱਚੀ ਕਿਹਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਸੀਂ ਐਵੇਂ ਈਰਖਾ 'ਚ ਮਾਰੇ ਪਏ ਆ, ਮੇਰੀ ਜਥੇਬੰਦੀ ਹੈ, ਤੁਹਾਡਾ ਧੜਾ, ਇਹ ਸਾਡੀ ਮਰਿਆਦਾ। ਉੱਥੇ ਕੋਈ ਨਹੀਂ ਪੁੱਛਦਾ ਪਿਆ। ਉੱਥੇ ਗੁਰੂ ਗੋਬਿੰਦ ਸਿੰਘ ਦਾ ਇੱਕੋ ਹੀ ਸ਼ਬਦ ਲਿਖ ਦੇਣਾ ਚਾਹੀਦਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਲੋ। ਭਾਈ ਸਾਹਿਬ ਨੇ ਜਿਵੇਂ ਕਿਹਾ, ਅਗਲੇ ਸਾਲ ਤੋਂ ਮੈਨੂੰ ਆਸ ਹੈ ਕਿ ਗੁਰਦੁਆਰਾ ਕਮੇਟੀ ਸਾਡਾ ਸਹਿਯੋਗ ਦਿਆ ਕਰੇਗੀ। ਅਸੀਂ ਯਤਨ ਕਰਾਂਗੇ, ਜਿਹੜਾ ਸਮਾਗਮ ਚੱਲਦਾ ਹੈ, ਇਹ ਇਸੇ ਜਨਮ ਦਿਹਾੜਾ ਬਾਬਾ ਜੀ ਦਾ ਇਸ ਤਰ੍ਹਾਂ ਸਾਰੇ ਮਨਾਇਆ ਕਰੀਏ। ਤੇ ਸਾਡੀ ਇੱਛਾ ਵੀ ਇਹ ਵੇ, ਕੋਈ ਇਹ ਨਹੀਂ ਵੀ ਅਸੀਂ ਕੋਈ ਨਾਂ ਬਣਾਉਣ ਆਉਣਾ ਹੈ ਜਾਂ ਅਸੀਂ ਕੋਈ ਇਲੈਕਸ਼ਨ ਲੜਨੀ ਹੈ। ਸਾਨੂੰ ਕਾਮਯਾਬੀ ਮਿਲੀ ਹੈ ਜੀ, ਐਵੇਂ ਕਹੀਏ। ਆ ਜੋ ਤੁਸੀਂ ਇੰਨਾ ਸਮਾਂ ਟਿਕ ਕੇ ਸੁਣਦੇ ਹੋ, ਖਿਮਾ ਕਰਿਓ, ਇਹ ਪਹਿਲਾਂ ਨਹੀਂ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵਰਤਾਰਾ ਵਰਤਿਆ ਹੈ। ਕੱਲ ਨੂੰ ਆਪਾਂ ਜੋਤੀ ਸਰੂਪ ਭਾਈ ਰਵਿੰਦਰ ਸਿੰਘ ਜੀ ਤੇ ਭਾਈ ਸੁਖਜਿੰਦਰ ਸਿੰਘ ਜੀ ਦਰਬਾਰ ਸਾਹਿਬ ਦੇ ਕੀਰਤਨੀਏ, ਤੇ ਸਿੰਘ ਸਾਹਿਬ ਜੀ ਤੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਗਿਆਨੀ ਜਸਵਿੰਦਰ ਸਿੰਘ ਜੀ, ਆਪਾਂ ਸਹਿਜ ਪਾਠਾਂ ਦੇ ਭੋਗ ਪਾਣੇ ਨੇ, ਜਿਨ੍ਹਾਂ ਜਿਹਨੇ ਕੀਤੇ ਆ। ਜੇ ਰੁਮਾਲਾ ਸਾਹਿਬ ਲਿਆਉਣਾ ਹੋਵੇ, ਜੇ ਉਂਝ ਕੋਈ ਸੇਵਾ ਉੱਥੇ ਕਰਨੀ ਹੋਏ, ਉਸ ਤਰ੍ਹਾਂ ਹੀ ਕਰ ਰਹੇ ਹੋ, ਰੁਮਾਲੇ ਤੋਂ ਬਿਨਾਂ ਵੀ। ਹਾਂਜੀ, ਮੇਰੀ ਬੇਨਤੀ ਹੈ, ਕੱਲ ਨੂੰ ਆਪਾਂ ਤਕਰੀਬਨ 9:30 ਵਜੇ, ਮੇਰੀ ਇੱਛਾ ਹੈ ਵੀ ਸ਼ਲੋਕਾਂ ਦਾ ਪਾਠ ਕਰਨਾ ਸ਼ੁਰੂ ਕਰ ਦਿਆਂਗੇ। ਆਪ ਸਭ ਦਾ ਧੰਨਵਾਦ, ਬਹੁਤ ਟੇਕ ਕੇ ਸੁਣਿਆ। ਮੈਂ ਖੇੜਾ ਸਾਹਿਬ ਜੀ ਦਾ, ਮੈਨੇਜਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਜੀ। ਤੇ ਮੈਂ ਕੱਲ ਵੀ ਇਹ ਗੱਲ ਕਹੀ ਸੀ, ਕਿਉਂਕਿ ਜਿਹੜਾ ਈਰਖਾ 'ਚ ਮਰਿਆ ਪਿਆ ਨਾ, ਉਹਨੂੰ ਇਹ ਸ਼ਬਦ ਵੀ ਦੁਖਣੇ ਨੇ।
ਵੀ ਉਹ ਜੀ ਉਹਨਾਂ ਦਾ ਫਲਾਣੇ ਦਾ ਧੰਨਵਾਦ ਕਰ ਰਹੇ, ਧੰਨਵਾਦ। ਮੈਂ ਇੱਕੋ ਗੱਲ ਕਹਾਂ, ਜਿੰਨਾ ਸਨਮਾਨ ਕਰੋਗੇ ਓਨਾ ਸਨਮਾਨ ਹੋਵੇਗਾ, ਜਿੰਨਾ ਕਿਸੇ ਦੀ ਪੱਗ ਨੂੰ ਹੱਥ ਪਾਓਗੇ ਉਨੀ ਚ ਰਸਤੇ ਚ ਲੱਥੇਗੇ, ਸਿੱਧੀ ਜੀ ਗੱਲ ਹੈ। ਇਸ ਕਰਕੇ ਆਪਾਂ ਸਨਮਾਨ ਕਰਨਾ ਸਿੱਖੀਏ। ਸਭ ਦਾ ਧੰਨਵਾਦ ਜੀ, ਤੇ ਸਭ ਸਮੁੱਚੇ ਸਟਾਫ ਦਾ, ਜਿੰਨੇ ਗੁਰਸਿੱਖਾਂ ਤੋਂ ਸਹਿਯੋਗ ਦਿੱਤਾ, ਸਭ ਦਾ ਧੰਨਵਾਦ। ਆਓ ਸਿਰਫ ਮਿੰਟ ਦੋ ਕੁ ਭਾਈ ਸਾਹਿਬ, ਸਿਰਫ 2 ਮਿੰਟ ਉਹਨਾਂ ਦੇ ਨਾਮ ਜਪੀਏ ਸਾਰੇ ਜਣੇ ਕਿ ਵਾਹਿਗੁਰੂ ਉਹਨਾਂ ਜਿੰਨੇ ਬੈਠੇ ਆ ਨਾ, ਤੂੰ ਗੁਰੂ ਗੋਬਿੰਦ ਸਿੰਘ ਵਿੱਚ ਵਰਤ, ਤੂੰ ਬਖਸ਼ਿਸ਼ ਕਰ, ਕੋਈ ਪਾਰਟੀ ਕੋਈ ਧੜਾ ਕੁਛ ਨਾ ਰਹੇ, ਸਿਰਫ ਉਹਨਾਂ ਦੀ ਚੜ੍ਹਦੀ ਕਲਾ ਲਈ। ਤੇ ਬਾਬਾ ਫਤਿਹ ਸਿੰਘ ਮਹਾਰਾਜ, ਅੱਜ ਆਪਾਂ ਨੀਂਦ ਦਾ ਜ਼ਿਕਰ ਨਹੀਂ ਕੀਤਾ, ਬਸ ਇਉਂ ਸਮਝੋ ਕਿ ਗੁਰੂ ਗੋਬਿੰਦ ਸਿੰਘ ਘਰ ਆਉਂਦੇ ਪਏ ਆ ਤੇ ਆਉਂਦਿਆਂ ਨੂੰ ਵਧਾਈ ਮਿਲਦੀ ਹੈ ਕਿ ਛੋਟਾ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਆਗਮਨ ਸ਼ਬਦ ਵਰਤਨੇ ਆ, ਉਹਨਾਂ ਨੂੰ ਧਿਆਨ ਚ ਰੱਖ ਕੇ ਸਿਰਫ 3-4 ਮਿੰਟ ਨਾਮ ਜਪੀਏ। ਉਸ ਤੋਂ ਬਾਅਦ ਭਾਈ ਸਾਹਿਬ ਹੁਣੀ ਆਪ ਜੀ ਨੂੰ ਸਾਰੀ ਡਿਟੇਲ ਦੱਸਣਗੇ ਜੀ। ਵਾਹਿਗੁਰੂ, ਸਾਰੇ ਕਿਰਪਾ, ਸਾਰੇ ਕਿਰਪਾ ਕਰੋ ਪਲੀਜ਼। ਵਾਹਿਗੁਰੂ, 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 ਵਾਹਿਗੁਰੂ,